ਚੈਪਟਰ 13 ਦੇ ਭਾਗ 3 ਵਿੱਚ ਤੁਹਾਡਾ ਸਵਾਗਤ ਹੈ। ਸੋ ਇਸ ਭਾਗ ਵਿੱਚ ਅਸੀਂ ਗੱਲ ਕਰਨੀ ਹੈ ਭਾਰਤੀ ਚੋਣ ਪ੍ਰਣਾਲੀ ਦੀਆਂ ਮੁੱਖ ਵਿਸ਼ੇਸ਼ਤਾਵਾਂ ਬਾਰੇ। ਲੇਕਿਨ ਉਹਨਾਂ ਵਿਸ਼ੇਸ਼ਤਾਵਾਂ ਤੇ ਜਾਣ ਤੋਂ ਪਹਿਲਾਂ ਇੱਕ ਪੈਰਾ ਦਿੱਤਾ ਗਿਆ ਹੈ। ਵੈਸੇ ਤਾਂ ਇਹ ਪੈਰਾ ਮੈਂ ਇਸ ਸੀਰੀਜ਼ ਦੇ ਭਾਗ 1 ਵਿੱਚ ਆਲਰੇਡੀ ਕਲੀਅਰ ਕਰ ਚੁੱਕਾ ਹਾਂ, ਜਿਹਦੇ ਵਿੱਚ ਮੈਂ ਦੱਸਿਆ ਸੀ ਕਿ ਸਾਨੂੰ ਸੰਸਦੀ ਲੋਕਤੰਤਰ ਦੀ ਜ਼ਰੂਰਤ ਕਿਉਂ ਪਈ। ਕਿਉਂਕਿ ਆਬਾਦੀ ਵੱਧ ਗਈ ਸੀ ਤੇ ਹਰ ਕੋਈ ਰਾਜਨੀਤੀ ਵਿੱਚ ਰੁਚੀ ਰੱਖੇ ਇਹ ਜ਼ਰੂਰੀ ਨਹੀਂ ਹੈ, ਜਿਹਦੇ ਕਰਕੇ ਅਸੀਂ ਆਪਣੇ ਨੁਮਾਇੰਦਿਆਂ ਨੂੰ ਚੁਣ ਕੇ ਲੋਕ ਸਭਾ ਜਾਂ ਵਿਧਾਨ ਸਭਾ ਦੇ ਵਿੱਚ ਭੇਜਣਾ ਸ਼ੁਰੂ ਕਰ ਦਿੱਤਾ। ਸੋ ਹੁਣ ਅਸੀਂ ਆਪਣੇ ਨੁਮਾਇੰਦੇ ਜਿਹੜੇ ਹੈ ਉਹ ਲੋਕਤੰਤਰ ਦੀ ਪੰਚਾਇਤ ਯਾਨੀ ਕਿ ਲੋਕ ਸਭਾ ਜਾਂ ਵਿਧਾਨ ਸਭਾ 'ਚ ਕਿਵੇਂ ਭੇਜਾਂਗੇ, ਇਸ ਦਾ ਆਧਾਰ ਰੱਖਿਆ ਗਿਆ ਕਿ ਨਿਯਮਿਤ ਕਾਲੀ ਚੋਣਾਂ ਹੋਣਗੀਆਂ, ਯਾਨੀ ਕਿ ਹਰ 5 ਸਾਲਾਂ ਬਾਅਦ ਚੋਣਾਂ ਹੋਣਗੀਆਂ। ਠੀਕ ਹੈ, ਤਾਂ ਅਗਲੀ ਲਾਈਨ 'ਚ ਕਹਿ ਰਹੇ ਹੈ ਕਿ ਚੋਣਾਂ ਤੋਂ ਬਿਨਾਂ ਲੋਕਤੰਤਰ ਦੀ ਸਥਾਪਨਾ ਕਰਨਾ ਇੱਕ ਕਲਪਨਾ ਹੀ ਹੈ। ਵਾਕਈ, ਕਿਉਂਕਿ ਤੁਸੀਂ ਕਿਵੇਂ ਤੈਅ ਕਰ ਪਾਓਗੇ ਕਿ ਜੋ ਤੁਸੀਂ ਸੰਸਦੀ ਲੋਕਤੰਤਰ ਇੱਥੇ ਲਿਖਣਾ ਚਾਹੀਦਾ ਸੀ, ਚੋਣਾਂ ਤੋਂ ਬਿਨਾਂ ਸੰਸਦੀ ਲੋਕਤੰਤਰ ਦੀ ਸਥਾਪਨਾ, ਕਿ ਤੁਸੀਂ ਆਪਣੇ ਨੁਮਾਇੰਦੇ ਜੋ ਹੈ ਉਹ ਕਿਵੇਂ ਚੁਣੋਗੇ। ਉਹ ਅਕੜ ਬੱਕੜ ਬੰਬੇ ਬੋ ਕਰਕੇ ਤਾਂ ਚੁਣ ਨਹੀਂ ਸਕਦੇ, ਠੀਕ ਹੈ ਜੀ, ਜਾਂ ਪਰਚੀਆਂ ਪਾ ਕੇ ਵੀ ਨਹੀਂ ਚੁਣ ਸਕਦੇ। ਸੋ ਜ਼ਰੂਰੀ ਹੈ ਕਿ ਜਿਨ੍ਹਾਂ ਨੂੰ, ਜਿਹੜੀ ਜਨਤਾ ਨੂੰ ਉਹਨਾਂ ਨੁਮਾਇੰਦਿਆਂ ਨੇ ਰਿਪਰੈਜ਼ੈਂਟ ਕਰਨਾ ਹੈ, ਸੋ ਉਸ ਜਨਤਾ ਦੀ ਰਾਏ ਹੀ ਲੈ ਲਈ ਜਾਏ, ਤਾਂ ਕਿ ਉਹ ਅੱਗੇ ਜਾ ਕੇ ਇਸੇ ਜਨਤਾ ਦੇ ਬਿਹਾਫ ਤੇ ਜੋ ਹੈ ਉਹ ਨਿਰਣੇ ਲੈ ਸਕਣ ਤੇ ਕਾਨੂੰਨ ਬਣਾ ਸਕਣ ਤੇ ਉਸੇ ਜਨਤਾ ਦਾ ਜੋ ਉਧਾਰ ਕਰਨ ਦੇ ਲਈ, ਵੈਲਫੇਅਰ ਕਰਨ ਲਈ, ਕਲਿਆਣ ਕਰਨ ਲਈ ਨੀਤੀਆਂ ਬਣਾ ਸਕਣ। ਸੋ ਲੋਕਤੰਤਰ ਦਾ ਮੂਲ ਆਧਾਰ ਨਾਗਰਿਕਾਂ ਨੇ ਆਪਣੀ ਇੱਛਾ ਅਨੁਸਾਰ ਆਪਣੇ ਉਮੀਦਵਾਰਾਂ ਦੀ ਚੋਣ ਕਰਨ ਦਾ ਅਧਿਕਾਰ ਦੇਣਾ ਹੈ। ਇਹ ਗੱਲ ਮੈਂ ਆਲਰੇਡੀ ਕਰ ਚੁੱਕਿਆ। ਠੀਕ ਹੈ ਜੀ। ਹੁਣ ਕਹਿੰਦਾ ਭਾਰਤ ਦੇ ਸੰਵਿਧਾਨ ਦੇ ਵਿੱਚ ਰਾਸ਼ਟਰਪਤੀ ਤੇ ਉਪ ਰਾਸ਼ਟਰਪਤੀ ਦੀ ਚੋਣਾਂ ਸੰਬੰਧੀ ਤਾਂ ਸਪਸ਼ਟ ਵਿਵਸਥਾ ਕੀਤੀ ਗਈ ਹੈ। ਹਾਂ, ਸੰਵਿਧਾਨ ਦੇ ਵਿੱਚ ਆਰਟੀਕਲ 54 ਦੇ ਵਿੱਚ ਲਿਖਿਆ ਗਿਆ ਹੈ ਕਿ ਰਾਸ਼ਟਰਪਤੀ ਦੀ ਚੋਣ ਕਿਵੇਂ ਹੋਏਗੀ। ਉਹ ਮੈਂ ਜਦੋਂ ਅਗਲਾ ਚੈਪਟਰ ਤੁਹਾਨੂੰ ਕਰਵਾਉਣਾ ਹੈ ਤਾਂ ਜ਼ਰੂਰ, ਯਾਨੀ ਕਿ ਚੈਪਟਰ 12 ਜਦੋਂ ਮੈਂ ਕਰਵਾਉਂਗਾ ਉਦੋਂ ਜ਼ਰੂਰ ਕਲੀਅਰ ਕਰਾਂਗਾ, ਉਪ ਰਾਸ਼ਟਰਪਤੀ ਦੀ ਚੋਣ ਬਾਰੇ ਵੀ ਦੱਸਾਂਗਾ। ਉਸ ਤੋਂ ਬਾਅਦ ਕਹਿੰਦਾ ਕਿ ਬਾਕੀ ਜਿਹੜੀਆਂ ਚੋਣਾਂ ਹੈਗੀਆਂ, ਬਾਕੀ ਚੋਣਾਂ ਕਿਹੜੀਆਂ ਰਹਿ ਗਈਆਂ ਰਾਸ਼ਟਰਪਤੀ ਤੇ ਉਪ ਰਾਸ਼ਟਰਪਤੀ ਤੋਂ ਇਲਾਵਾ, ਯਾਨੀ ਕਿ ਲੋਕ ਸਭਾ ਦੀਆਂ ਚੋਣਾਂ ਹੋ ਗਈਆਂ, ਰਾਜ ਸਭਾ ਦੀਆਂ ਚੋਣਾਂ ਹੋ ਗਈਆਂ। ਜਿਵੇਂ ਕਿ ਮੈਂ ਦੱਸਿਆ ਕਿ ਸੰਸਦ ਯਾਨੀ ਕਿ ਸੈਂਟਰ ਦੇ ਵਿੱਚ, ਸੈਂਟਰ ਤੇ 3 ਅੰਗ ਨੇ। ਸੈਂਟਰ ਦੇ ਵਿੱਚ ਜੋ ਤੁਹਾਡੀ ਲੈਜਿਸਲੇਟਿਵ ਹੈ ਉਹਦੇ 3 ਅੰਗ ਨੇ। ਉਹਨਾਂ 3 ਅੰਗਾਂ ਦੇ ਵਿੱਚ ਜੋ ਹੈ ਪਹਿਲਾ ਅੰਗ ਆ ਜਾਂਦਾ ਹੈ ਲੋਕ ਸਭਾ, ਦੂਸਰਾ ਅੰਗ ਆਉਂਦਾ ਹੈ ਤੁਹਾਡਾ ਰਾਜ ਸਭਾ ਤੇ ਤੀਜਾ ਅੰਗ ਹੈ ਰਾਸ਼ਟਰਪਤੀ। ਇਹ ਹੌਲੀ ਹੌਲੀ ਜਦੋਂ ਪੜ੍ਹਦੇ ਜਾਵਾਂਗੇ ਚੀਜ਼ਾਂ ਪੱਕਾ ਕਲੀਅਰ ਹੋਣਗੀਆਂ। ਹਾਲੇ ਜਿੰਨੀ ਜ਼ਰੂਰਤ ਹੈ ਮੈਂ ਓਨਾ ਹੀ ਦੱਸ ਰਿਹਾ ਹਾਂ। ਠੀਕ ਹੈ, ਸੋ ਮੈਂ ਵਾਪਿਸ ਆਣਾ ਕਿ ਬਾਕੀ ਚੋਣਾਂ ਕਿਹੜੀਆਂ ਹੋ ਗਈਆਂ, ਰਾਸ਼ਟਰਪਤੀ, ਉਪ ਰਾਸ਼ਟਰਪਤੀ ਤੋਂ ਇਲਾਵਾ ਲੋਕ ਸਭਾ ਹੋ ਗਈ, ਵਿਧਾਨ ਸਭਾ ਹੋ ਗਈ ਤੇ ਸਥਾਨਕ ਸੰਸਥਾਵਾਂ, ਜਿਵੇਂ ਕਿ ਮੈਂ ਦੱਸਿਆ ਸੀ ਮਿਊਨਿਸਪਲ ਕਾਰਪੋਰੇਸ਼ਨਸ ਜਾਂ ਫਿਰ ਗ੍ਰਾਮ ਪੰਚਾਇਤਾਂ ਹੋ ਗਈਆਂ, ਪਿੰਡ ਦੇ ਪੱਧਰ ਤੇ, ਸ਼ਹਿਰ ਦੇ ਪੱਧਰ ਤੇ ਮਿਊਨਿਸਪਲ ਕਾਰਪੋਰੇਸ਼ਨਸ ਹੋ ਗਈਆਂ। ਠੀਕ ਹੈ ਜੀ। ਤਾਂ ਅਗਲੀ ਲਾਈਨ ਦੇ ਵਿੱਚ ਇੱਕ ਸ਼ਬਦ ਉਹਨੇ ਯੂਜ਼ ਕੀਤਾ ਕਿ ਲੋਕ ਸਭਾ, ਵਿਧਾਨ ਸਭਾ ਤੇ ਸਥਾਨਕ ਸੰਸਥਾਵਾਂ ਦੀ ਚੋਣਾਂ ਲਈ ਇਕਹਿਰੀ ਵੋਟਰ ਸੂਚੀ ਤਿਆਰ ਕੀਤੀ ਜਾਂਦੀ ਹੈ। ਹੁਣ ਇਹ ਇਕਹਿਰੀ ਵੋਟਰ ਸੂਚੀ, ਇਸ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਠੀਕ ਹੈ ਜੀ। ਕਹਿਣ ਦਾ ਭਾਵ ਇਹ ਹੈ, ਮੈਂ ਦੇਸੀ ਭਾਸ਼ਾ 'ਚ ਸਮਝਾਉਣਾ ਵਾ, ਕਿ ਤੁਹਾਡੇ ਘਰ ਦੇ ਵਿੱਚ ਜਿਨ੍ਹਾਂ ਦੀ ਵੀ ਵੋਟ ਬਣੀ ਹੋਏਗੀ ਤਾਂ ਇਲੈਕਸ਼ਨ ਤੋਂ ਪਹਿਲਾਂ ਇੱਕ ਪਰਚੀ ਆਉਂਦੀ ਹੈ। ਉਸ ਪਰਚੀ ਦੇ ਉੱਤੇ ਉਸ ਵਿਅਕਤੀ ਦਾ ਨਾਮ, ਫਾਦਰ ਨੇਮ ਤੇ ਉਹਨਾਂ ਨੇ ਵੋਟ ਪਾਉਣ ਕਿਹੜੇ ਸੈਂਟਰ ਤੇ, ਕਿਹੜੇ ਬੂਥ ਤੇ ਜਾਣਾ ਹੈ। ਉਹ ਬੂਥ ਅਕਸਰ ਛੋਟੇ ਛੋਟੇ ਜਿਹੜੇ ਸਾਡੇ ਘਰ ਦੇ ਨੇੜੇ ਤੇੜੇ ਕੋਈ ਸਰਕਾਰੀ ਸਕੂਲ ਹੈ ਜਾਂ ਕੋਈ ਪ੍ਰਾਈਵੇਟ ਸਕੂਲ ਹੈ, ਉਹ ਉਹਨਾਂ ਸਕੂਲਾਂ ਨੂੰ ਜੋ ਹੈ ਉਹ ਪੋਲਿੰਗ ਸੈਂਟਰ ਦੇ ਵਿੱਚ, ਪੋਲਿੰਗ ਬੂਥਸ ਦੇ ਵਿੱਚ ਜਿੱਥੇ ਵੋਟ ਪਾਉਣ ਜਾਣਾ ਹੈ ਉਹਦੇ ਵਿੱਚ ਕਨਵਰਟ ਕਰ ਦਿੱਤਾ ਜਾਂਦਾ ਹੈ। ਠੀਕ ਹੈ ਜੀ। ਸੋ ਕਹਿਣ ਦਾ ਭਾਵ ਇਹ ਹੈ ਕਿ ਜਿਹੜੀ ਵੋਟਰ ਸੂਚੀ ਤੁਹਾਡੇ BLO ਵੱਲੋਂ ਤਿਆਰ ਕੀਤੀ ਗਈ ਸੀ, ਜੋ ਕਿ ਮੈਂ ਤੁਹਾਨੂੰ ਇਸ ਚੈਪਟਰ ਦੇ ਪਾਰਟ 1 'ਚ ਦੱਸਿਆ ਸੀ ਕਿ ਜੇ ਤੁਸੀਂ 18 ਸਾਲ ਦੇ ਹੋ ਗਏ ਹੋ ਤਾਂ ਤੁਸੀਂ ਐਜ਼ ਏ ਵੋਟਰ ਜੋ ਹੈ ਆਪਣੇ ਆਪ ਨੂੰ ਰਜਿਸਟਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਉਸ ਇਲਾਕੇ ਦੇ BLO ਕੋਲ ਜਾਓਗੇ ਔਰ ਉਹਨਾਂ ਨੂੰ ਜਾ ਕੇ ਦੱਸੋਗੇ ਕਿ ਮੇਰਾ ਨਾਮ ਜੋ ਹੈ ਉਹ ਐਡ ਕਰ ਲਿਆ ਜਾਵੇ ਵੋਟਰ ਸੂਚੀ ਦੇ ਵਿੱਚ। ਮੈਂ ਇਹ ਵੀ ਦੱਸਿਆ ਸੀ ਕਿ ਵੋਟਰ ਸੂਚੀ ਨੂੰ ਜੋ ਹੈ ਟਾਈਮ ਟੂ ਟਾਈਮ ਅਮੈਂਡ ਵੀ ਕੀਤਾ ਜਾਂਦਾ। ਜੇ ਸਪੋਜ਼ ਕਰੋ ਕੋਈ ਅਕਾਲ ਚਲਾਣਾ ਕਰ ਗਿਆ ਹੈ ਤਾਂ ਉਸਦਾ ਨਾਮ ਵੋਟਰ ਸੂਚੀ ਚੋਂ ਕੱਟ ਦਿੱਤਾ ਜਾਏਗਾ। ਸੋ ਹੁਣ ਕਹਿਣ ਦਾ ਭਾਵ ਇਹ ਹੈ ਕਿ ਕੀ ਇਹ ਵੋਟਰ ਸੂਚੀ ਹਰ ਵਾਰ ਬਦਲ ਜਾਇਆ ਕਰੇਗੀ ਜਦੋਂ ਸਥਾਨਿਕ
ਸੰਸਥਾਵਾਂ ਦੇ ਯਾਨੀ ਕਿ ਅਸੀਂ ਗ੍ਰਾਮ ਪੰਚਾਇਤ ਦੇ ਜੋ ਮੈਂਬਰ ਹੈ ਉਹਨਾਂ ਨੂੰ ਚੁਣਨਾ ਹੈ ਜਾਂ ਵਾਰਡ ਦੇ ਕੌਂਸਲਰ ਨੂੰ ਚੁਣਨਾ ਹੈ, ਉਦੋਂ ਇੱਕ ਅਲੱਗ ਵੋਟਰ ਸੂਚੀ ਹੋਏਗੀ। और विधान सभा जो MLA चुनने हैं उदो एक अलग सूची होएगी, और लोक सभा के मैंबर चुनने हैं तो एक अलग सूची होएगी। नहीं, इकहरी वोटर सूची होएगी। कहने का भाव यह कि हर बूथ की एक इकहरी वोटर सूची तैयार होएगी ते तुसी हर बार सेम बूथ से ऑलमोस्ट मतलब सरकार जो उस बूथ को चेंज ना करे तो ऑलमोस्ट हर बार चाहे तुसी वार्ड दियां वोटां भुगतान लई जा रहे हो, चाहे विधान सभा दे चाहे लोक सभा दे, उसे बूथ के उत्ते बार बार जाने हो तो एक बूथ की जिहड़ी वोटर सूची है वो हमेशा सेम ही रहिंदी है, क्योंकि जनता तो सेम ही रहेगी ना। अज नूं सपोज कर लो कि 2019 दे विच लुधियाना म्यूनसिपल कॉरपोरेशन दे इलैक्शन होए फरवरी महीने दे विच, ठीक है जी। उदों भी जिहड़ा 18 साल तो उपर सी वो वोट पाण गया सीगा। उस तो बाद मई महीने दे विच अप्रैल या मई महीने दे विच लोक सभा दे इलैक्शन होए, जदों PM मोदी दे इलैक्शन होए, यानी कि जदों असीं अपने MP नूं चुन के भेजना सी, रवनीत बिट्टू जी नूं चुन के भेजा गया लुधियाने तो। सो उस केस दे विच तुहाडे जो है लोक सभा दी जिन्हां लोकां ने वोट पाई वो भी सारे सेम जिन्हां ने वार्ड दा कौंसलर चुनण दी वोट पाई सी। उसे तरीके 2022 दे विच जदों फरवरी 2022 दे विच विधान सभा दीयां वोटां होईयां तां भी सेम वोटर सूची, यानी कि जिहड़े वोटर उस इलाके दे विच रिसाइड कर रहे ने, वासी ने, उत्थे दे निवासी ने, उन्हां वल्लों ही वोट पाई जाएगी। सो इकहरी वोटर सूची का मतलब तुहानूं समझ आ चुकिया होएगा। हुण अगले दो शब्द जो मैं क्लीयर करने हैं वो है खेतरी प्रतिनिधिता के आधार पर, उस तो बाद अगला जो है वखरा चोण खेतर नहीं बनाया जाएगा। पहले वखरा चोण खेतर वाला पॉइंट पढ़ते हैं। इन्हें मैं थोड़ा हिस्टरी नाल क्लीयर करना चाहूँगा कि 1909 ਦੇ ਵਿੱਚ ਤੁਹਾਡੀ ਮਾਡਰਨ ਹਿਸਟਰੀ ਦੀ ਜਿਹੜੀ 10ਵੀਂ ਦੀ ਕਿਤਾਬ ਹੈ ਉਹਦੇ ਵਿੱਚ ਇਹ ਆਊਗਾ ਜ਼ਰੂਰ, ਤਾਂ ਉਦੋਂ ਵੀ ਪੜ੍ਹਨਾ ਹੈ, ਹੁਣ ਵੀ ਥੋੜਾ ਬਹੁਤ ਆਈਡੀਆ ਹੋਵੇ ਤਾਂ ਪਤਾ ਚੰਗਾ ਰਹੇਗਾ। ਅੰਗਰੇਜ਼ਾਂ ਨੇ ਵੰਡੋ ਤੇ ਪਾੜੋ ਦੀ ਜਿਹੜੇ ਰਾਜਨੀਤੀ ਹੈ ਹਮੇਸ਼ਾ ਕੀਤੀ ਸੀਗੀ। ਵੰਡੋ ਤੇ ਪਾੜੋ ਤਾਂ ਸੇਮ ਹੋ ਗਿਆ, ਪਾੜੋ ਤੇ ਰਾਜ ਕਰੋ ਦੀ ਜੋ ਹੈ ਨੀਤੀ ਅਪਣਾਈ ਸੀ, ਠੀਕ ਹੈ। ਸੋ ਪਹਿਲਾਂ ਉਹਨਾਂ ਨੇ ਧਰਮਾਂ ਦੇ ਆਧਾਰ ਤੇ ਸਾਨੂੰ ਵੰਡਿਆ। उन्होंने 1909 ਦੇ ਵਿੱਚ ਮੋਰਲੇ ਮਿੰਟੋ ਰਿਫਾਰਮਸ ਜਦੋਂ ਆਏ ਤਾਂ ਮੁਸਲਮਾਨਾਂ ਲਈ ਸੈਪਰੇਟ ਇਲੈਕਟੋਰੇਟ ਦਾ ਪ੍ਰਾਵਧਾਨ ਕਰ ਦਿੱਤਾ। ਹੁਣ ਇਹ ਸੈਪਰੇਟ ਇਲੈਕਟੋਰੇਟ ਯਾਨੀ ਕਿ ਜਿਹਨੂੰ ਵੱਖਰਾ ਚੋਣ ਖੇਤਰ ਕਿਹਾ ਜਾ ਰਿਹਾ, ਇਹਦਾ ਕੀ ਮਤਲਬ ਹੈ? ਸੈਪਰੇਟ ਇਲੈਕਟੋਰੇਟ ਦਾ ਮਤਲਬ ਇਹ ਸੀਗਾ ਕਿ ਇੱਕ ਚੋਣ ਖੇਤਰ ਦੇ ਵਿੱਚ ਜੇ ਕੁਝ ਆਬਾਦੀ मुस्लिम्स दी है, कुछ आबादी जो है मुस्लिम्स दी है, कुछ आबादी जो है वो मुसलमाना दी है। सो मुस्लिम्स वालों अपने मुस्लिम कैंडिडेट नूं ही वोट किया जाएगा ते उस इलैक्शन दे विच जो वोटर होणगे वो भी सारे मुस्लिम ही होणगे। मतलब ना तां मुस्लिम कैंडिडेट खड़ा होए, हिंदू कैंडिडेट जो है या सिख कैंडिडेट है खड़ा होएगा, ना ही हिंदू और सिख या फिर कोई होर धर्म का जो वोटर है वो उस मुस्लिम कैंडिडेट की वोट करेगा। यानी कि मुस्लिम ही कैंडिडेट होएगा और मुस्लिम ही तुहाडा वोटर होएगा। सो मुस्लिम वोटर्स वालों अपना एक नुमाइंदा जो है चुनिया जाएगा। सो इस तरीके उन्होंने सानू आपस में हिंदुओं के मुसलमानों के रूप में वंड दिता। फिर इसे सैपरेट इलैक्टोरेट उन्होंने 1909 ਦੇ ਵਿੱਚ ਜਦੋਂ ਮੌਂਟੇਗਿਊ ਚੇਮਸਫੋਰਡ ਰਿਫਾਰਮ ਆਏ ਤਾਂ ਉਸ ਵੇਲੇ ਫਿਰ ਦੁਹਰਾਇਆ और उन्होंने कुछ ਹੋਰ ਲੋਕਾਂ ਨੂੰ ਜਿਵੇਂ ਐਂਗਲੋ ਇੰਡੀਅਨ ਸੀਗੇ। ਐਂਗਲੋ ਇੰਡੀਅਨ ਕੌਣ ਹੁੰਦੇ ਆ ਉਹ ਵੀ ਸੁਣ ਲਓ। ਐਂਗਲੋ ਇੰਡੀਅਨ ਹੋਇਆ ਜਿਵੇਂ ਸਪੋਜ਼ ਕਰੋ ਕਿ ਕੋਈ ਵਿਦੇਸ਼ ਤੋਂ ਗੋਰਾ ਅੰਗਰੇਜ਼ ਆਇਆ ਸੀ और उस अंग्रेज ने भारत ਦੀ ਕਿਸੇ ਮਹਿਲਾ ਨਾਲ ਵਿਆਹ ਕਰਵਾ ਲਿਆ ਤਾਂ ਉਹਨਾਂ ਤੋਂ ਜੋ ਸੰਤਾਨ ਪੈਦਾ ਹੋਏਗੀ ਤਾਂ ਉਸ ਨੂੰ ਐਂਗਲੋ ਇੰਡੀਅਨ ਕਿਹਾ ਜਾਏਗਾ। ਇੱਕ ਕਾਫੀ ਪੁਰਾਣਾ ਇੱਕ ਸ਼ੋਅ ਆਉਂਦਾ ਸੀ ਡੈਰਿਕ ਓਬਰਾਇਨ ਜੋ ਸੀ ਉਹਦੇ ਐਂਕਰ ਸੀਗੇ ਤਾਂ ਉਹ ਐਂਗਲੋ ਇੰਡੀਅਨ ਨੇ ਔਰ ਉਹ ਕਾਫੀ ਵਾਰ ਜੋ ਹੈ ਐਜ਼ ਐਨ ਐਂਗਲੋ ਇੰਡੀਅਨ ਜੋ ਭਾਰਤ ਦੀ ਲੋਕ ਸਭਾ ਦੇ ਵਿੱਚ ਉਹਨਾਂ ਨੂੰ ਰਾਸ਼ਟਰਪਤੀ ਵੱਲੋਂ ਜੋ ਹੈ ਨਾਮਜ਼ਦ ਕੀਤਾ ਗਿਆ ਹੈ, ਨੋਮੀਨੇਟ ਕੀਤਾ ਗਿਆ ਹੈ, ਨਾਮਿਤ ਕੀਤਾ ਗਿਆ, ਮਤਲਬ ਉਹ ਚੁਣ ਕੇ ਨਹੀਂ ਗਏ, ਨੋਮੀਨੇਟ ਹੋ ਕੇ ਗਏ ਆ। ਉਹ ਅੱਗੇ ਜਾ ਕੇ ਮੈਂ ਕਲੀਅਰ ਕਰਨਾ ਹੈ ਵੈਸੇ, ठीक है। सो कहने का भाव वापस मैं चलना चाहूँगा कि 1909 ਦੇ ਵਿੱਚ जो है मुस्लिम ਲਈ ਇੱਕ ਸੈਪਰੇਟ ਇਲੈਕਟੋਰੇਟ ਬਣਾਇਆ ਗਿਆ। 1919 ਦੇ ਵਿੱਚ ਸਿੱਖਾਂ ਲਈ, ਐਂਗਲੋ ਇੰਡੀਅਨਸ ਲਈ, ਇਦਾਂ ਕਰਕੇ ਜੋ ਹੈ ਧਰਮ ਦੇ ਆਧਾਰ ਤੇ ਹੋਰ ਜ਼ਿਆਦਾ ਬੋਧੀਆਂ ਲਈ ਅਲੱਗ ਤੋਂ। ਸੋ ਇਹਨਾਂ ਸਾਰਿਆਂ ਨੂੰ ਦੇ ਲਈ ਸੈਪਰੇਟ ਇਲੈਕਟੋਰੇਟ ਦਿੱਤੇ ਗਏ। ਮਤਲਬ ਜੇ ਕੋਈ ਸਿੱਖ ਖੜਾ ਹੋਏਗਾ, ਸਿੱਖ ਐਜ਼ ਅ ਕੈਂਡੀਡੇਟ ਖੜਾ ਹੋ ਰਿਹਾ ਤਾਂ ਉਹਦੇ ਲਈ ਸਾਰੇ ਸਿੱਖ ਵੋਟਰਸ ਹੀ ਵੋਟ ਕਰਨਗੇ। ਉਸ ਕੇਸ ਦੇ ਵਿੱਚ ਹਿੰਦੂ ਜੋ ਹੈ ਉਹਨੂੰ ਵੋਟ, मतलब चाहे वो उस इलाके 'ਚ रिसाइड भी कर रहे होणगे, ਉਹ
ਜੋ ਸਿੱਖ ਕੈਂਡੀਡੇਟ ਲਈ ਵੋਟ ਨਹੀਂ ਕਰ ਸਕਣਗੇ। ਸੋ ਦੇਸ਼ ਨੂੰ ਵੰਡ ਦਿੱਤਾ ਗਿਆ। ਹੁਣ ਇਹੀ ਸੈਪਰੇਟ ਇਲੈਕਟੋਰੇਟ ਜਦੋਂ 1932 ਦੇ ਵਿੱਚ ਜੋ ਅੰਗਰੇਜ਼ ਸੀ ਉਹਨਾਂ ਨੇ ਹੋਰ ਵਧਾਉਣਾ ਚਾਹਿਆ। ਹੁਣ ਉਹਨਾਂ ਨੇ ਕਿਹਾ ਅਸੀਂ ਦੇਸ਼ ਨੂੰ ਧਰਮ ਦੇ ਆਧਾਰ ਤੇ ਵੰਡਤਾ, ਹੁਣ ਜਾਤਾਂ ਦੇ ਆਧਾਰ ਤੇ ਵੰਡਦੇ ਆ। ਤਾਂ ਉਹਨਾਂ ਨੇ 1932 ਦੇ ਵਿੱਚ ਜੋ ਜਾ ਕੇ ਇਹ ਘੋਸ਼ਣਾ ਕਰ ਦਿੱਤੀ ਕਿ ਅਸੀਂ ਦਲਿਤਾਂ ਦੇ ਲਈ, ਜੋ ਦਲਿਤ ਨੇ, ਜੋ ਸ਼ੈਡਿਊਲ ਕਾਸਟ ਨੇ ਜਾਂ ਬੈਕਵਰਡ ਕਲਾਸਿਸ ਨੇ, ਉਹਨਾਂ ਦੇ ਲਈ ਅਸੀਂ ਵੱਖਰਾ ਸੈਪਰੇਟ ਇਲੈਕਟੋਰੇਟ ਬਣਾ ਰਹੇ ਹਾਂ। ਮਤਲਬ ਕਿ ਕੈਂਡੀਡੇਟ ਵੀ ਦਲਿਤ ਹੋਏਗਾ, ਉਹਨੂੰ ਵੋਟ ਕਰਨ ਵਾਲੇ ਵੀ ਜੋ ਹੈ ਉਹ ਸਾਰੇ ਦਲਿਤ ਹੀ ਹੋਣਗੇ। ਸੋ ਇਸ ਤੇ ਜੋ ਹੈ ਗਾਂਧੀ ਜੀ ਬਹੁਤ ਨਾਰਾਜ਼ ਹੋਏ। ਫਿਰ ਗਾਂਧੀ ਜੀ ਔਰ ਅੰਬੇਦਕਰ ਜੀ ਦੇ ਵਿੱਚ ਇੱਕ ਸਮਝੌਤਾ ਹੋਇਆ ਜਿਹਨੂੰ ਪੂਨਾ ਪੈਕਟ ਕਹਿੰਦੇ ਨੇ। ਤੇ ਗਾਂਧੀ ਜੀ ਨੇ ਅੰਬੇਦਕਰ ਜੀ ਨੂੰ ਇਸ ਗੱਲ ਲਈ ਮਨਾ ਲਿਆ ਕਿ ਹਿੰਦੂਆਂ ਨੂੰ ਹੁਣ ਜਾਤਾਂ ਦੇ ਆਧਾਰ ਤੇ ਅੱਗੇ ਵੰਡਣ ਨਹੀਂ ਦਿੱਤਾ ਜਾ ਸਕਦਾ। ਸੋ ਅਸੀਂ ਕੁਝ ਸੀਟਾਂ ਰਿਜ਼ਰਵ ਕਰਦਿਆਂ ਕਰਾਂਗੇ, ਰਾਖਵੀਆਂ ਕਰਦਿਆਂ ਕਰਾਂਗੇ, ਜਿਨ੍ਹਾਂ ਤੇ ਕੈਂਡੀਡੇਟ ਤੋਂ ਜੋ ਹੈ ਉਹ ਨਿਸ਼ਚਿਤ ਹੋ ਗਿਆ ਕਿ SC ਜਾਂ ST ਜਾਂ ਫਿਰ ਜੋ BC ਹੈ ਉਹ ਉਹਨਾਂ ਕੈਟੇਗਰੀਜ਼ 'ਚ ਹੀ ਹੋਏਗਾ। ਲੇਕਿਨ ਉਹਨਾਂ ਨੂੰ ਵੋਟ ਕਰਨ ਵਾਲੇ ਜੋ ਲੋਕ ਹੋਣਗੇ ਉਹ ਸਾਰੇ ਹੀ ਹੋਣਗੇ, ਉਹ ਕਿਸੇ ਵੀ ਕਮਿਊਨਿਟੀ ਜਾਂ ਕਿਸੇ ਵੀ ਕਾਸਟ ਦਾ ਬੰਦਾ ਹੋ ਸਕਦਾ ਹੈ। ਸੋ ਸੀਟਾਂ ਰਾਖਵੀਆਂ ਕਰਨ ਦਾ ਮਤਲਬ ਵੀ ਦੱਸ ਦਿੱਤਾ। ਮੈਂ ਤੁਹਾਨੂੰ ਵੱਖਰਾ ਚੋਣ ਖੇਤਰ ਕਿਵੇਂ ਬਣਦਾ ਹੈ, ਸੈਪਰੇਟ ਇਲੈਕਟੋਰੇਟ, ਉਹ ਵੀ ਦੱਸ ਦਿੱਤਾ। ਤਾਂ ਕੀ ਤੁਸੀਂ ਅੱਜ ਤੱਕ ਹੁਣ ਤੱਕ ਹਿੰਦੁਸਤਾਨ ਦੇ ਸੰਵਿਧਾਨ ਦੇ ਵਿੱਚ ਕਦੇ ਇੱਦਾਂ ਦੇਖਿਆ ਹੈ ਕਿ ਜਾਂ ਹਿੰਦੁਸਤਾਨ ਦੀ ਹਿਸਟਰੀ ਦੇ ਵਿੱਚ ਹੁਣ ਜੋ ਆਜ਼ਾਦ ਹੋਣ ਤੋਂ ਬਾਅਦ ਜਾਂ ਕਿਤੇ ਆਪਣੇ ਆਸ-ਪਾਸ ਕਦੇ ਇੱਦਾਂ ਸੁਣਿਆ ਹੈ ਕਿ ਕਿਤੇ ਕੋਈ ਮੁਸਲਿਮ ਜਾਂ ਕਿਤੇ ਕੋਈ ਸਿੱਖ ਕੈਂਡੀਡੇਟ ਹੀ ਖੜਾ ਹੋ ਰਿਹਾ ਔਰ ਸਾਰੇ ਉਹਨੂੰ ਸਿੱਖ ਹੀ ਜਾਂ ਫਿਰ ਸਾਰੇ ਮੁਸਲਿਮ ਹੀ ਵੋਟ ਕਰ ਰਹੇ ਹੈ? ਸੋ ਨਹੀਂ, ਇੱਦਾਂ ਦਾ ਕੁਝ ਵੀ ਨਹੀਂ ਹੈ। ਹਾਂ, ਦਲਿਤਾਂ ਦੇ ਲਈ ਜੋ ਸੀਟਾਂ ਹੈ ਉਹ ਰਾਖਵੀਆਂ ਕੀਤੀਆਂ ਗਈਆਂ ਹੈ ਭਾਰਤ ਦੇ ਸੰਵਿਧਾਨ ਦੇ ਵਿੱਚ। ਲੇਕਿਨ ਉਸ ਦਲਿਤ ਜੋ ਵੀ ਉਹ ਉਸ ਸੀਟ ਦੇ ਉੱਤੇ ਦਲਿਤਾਂ ਦੀ ਜੋ ਸੀਟਾਂ ਰਿਜ਼ਰਵ ਕੀਤੀਆਂ ਗਈਆਂ ਉਹਦੇ ਤੇ ਕੈਂਡੀਡੇਟ ਤਾਂ ਦਲਿਤ ਹੀ ਖੜਾ ਹੋਏਗਾ, ਯਾਨੀ ਕਿ SC ST ਕੈਟੇਗਰੀ ਦਾ ਕੋਈ ਵਿਅਕਤੀ ਹੈ ਜੋ ਕੈਂਡੀਡੇਟ ਹੈ ਉਹ ਖੜਾ ਹੋਏਗਾ। ਲੇਕਿਨ ਵੋਟ ਜੋ ਹੈ ਉਹਨੂੰ ਸਾਰੇ ਉਸ ਇਲਾਕੇ ਦੇ ਸਾਰੇ ਵੋਟਰ, ਚਾਹੇ ਉਹ ਕਿਸੇ ਵੀ ਜਾਤੀ ਨੂੰ ਕਿਸੇ ਵੀ ਧਰਮ ਨੂੰ ਬਿਲੋਂਗ ਕਰਦੇ ਹੋਣਗੇ, ਉਹ ਕਰਨਗੇ। ਠੀਕ ਹੈ। ਸੋ ਇੱਕ ਸ਼ਬਦ ਵੱਖਰਾ ਚੋਣ ਖੇਤਰ ਨਹੀਂ ਬਣਾਇਆ ਜਾਂਦਾ, ਕਿਸੇ ਵਿਸ਼ੇਸ਼ ਧਰਮ ਜਾਂ ਵਰਗ ਲਈ ਵੱਖਰਾ ਚੋਣ ਖੇਤਰ ਨਹੀਂ ਬਣਾਇਆ ਜਾਂਦਾ। ਇਹ ਤਾਂ ਮੈਂ ਕਲੀਅਰ ਕਰਤਾ। ਹੁਣ ਖੇਤਰੀ ਪ੍ਰਤੀਨਿਧਤਾ ਦੇ ਆਧਾਰ ਤੇ ਇਹ ਸ਼ਬਦ ਕਲੀਅਰ ਕਰਨਾ ਮੇਰੀ ਜ਼ਿੰਮੇਵਾਰੀ ਹੈ। ਸੋ ਜਿਵੇਂ ਕਿ ਮੈਂ ਆਪਣੀ ਪਿਛਲੀ ਵੀਡੀਓ ਦੇ ਵਿੱਚ ਦੱਸਿਆ ਸੀ ਕਿ ਪੂਰਾ ਭਾਰਤ ਹੈ ਜਾਂ ਪੂਰਾ ਪੰਜਾਬ ਹੈ, ਮੈਂ ਜਿਵੇਂ ਵੰਡ ਕੇ ਵੀ ਦਿਖਾਇਆ ਸੀ ਕਿ ਇੱਕ ਪੂਰਾ ਭਾਰਤ ਹੈ। ਪੂਰੇ ਭਾਰਤ ਨੂੰ ਜੋ ਹੈ ਤੁਸੀਂ ਕੁਝ ਹਲਕਿਆਂ ਦੇ ਵਿੱਚ ਕੁਝ ਲੋਕ ਸਭਾ ਕਨਸਟੀਟੂਐਂਸੀਜ਼ ਦੇ ਵਿੱਚ ਵੰਡ ਲਿਆ ਸੀਗਾ, ਜੇ ਤੁਹਾਨੂੰ ਯਾਦ ਹੋਵੇ। ਠੀਕ ਹੈ। ਸੋ ਇਹ ਏਰੀਆ ਕਿਵੇਂ ਡਿਫਾਈਨ ਕੀਤਾ ਜਾ ਰਿਹਾ ਸੀ? ਇਹ ਏਰੀਆ ਡਿਫਾਈਨ ਕਰਨ ਦਾ ਤਰੀਕਾ ਕੀ ਸੀਗਾ? ਇਹਦਾ ਪੈਮਾਨਾ ਸੀ ਜਨਸੰਖਿਆ। ਠੀਕ ਹੈ ਨਾ। ਸ਼ਾਇਦ ਇੰਨੇ ਦੇ ਵਿੱਚ ਮੈਂ ਤੈਅ ਕੀਤਾ ਸੀਗਾ ਕਿ 20 ਲੱਖ ਲੋਕਾਂ ਨੂੰ ਇੱਕ ਨੁਮਾਇੰਦਾ ਜੋ ਹੈ ਰਿਪਰੈਜ਼ੈਂਟ ਕਰੇਗਾ। ਤਾਂ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਸ਼ਾਇਦ ਇਲਾਕਾ ਬਹੁਤ ਛੋਟਾ ਹੋ ਸਕਦਾ ਹੈ। ਠੀਕ ਹੈ। ਸ਼ਾਇਦ ਇਲਾਕਾ ਬਹੁਤ ਵੱਡਾ ਹੋ ਸਕਦਾ, ਜਿਵੇਂ ਲੱਦਾਖ ਦਾ ਏਰੀਆ ਬਹੁਤ ਵੱਡਾ ਸੀ, ਚਾਂਦਨੀ ਚੌਕ ਦਾ ਇਲਾਕਾ ਬਹੁਤ ਛੋਟਾ ਸੀ, ਮੈਂ ਆਲਰੇਡੀ ਤੁਹਾਨੂੰ ਦੱਸ ਚੁੱਕਿਆ। ਸੋ ਪੋਪੂਲੇਸ਼ਨ ਦੇ ਆਧਾਰ ਤੇ ਜੋ ਹੈ ਉਹ ਖੇਤਰੀ ਏਰੀਆ ਵਾਈਜ਼ ਜੋ ਹੈ ਰਿਪਰੈਜ਼ੈਂਟੇਸ਼ਨ ਦਿੱਤੀ ਜਾ ਰਹੀ ਹੈ। ਠੀਕ ਹੈ। ਤਾਂ ਏਰੀਆ ਵਾਈਜ਼ ਰਿਪਰੈਜ਼ੈਂਟੇਸ਼ਨ ਦਾ ਮਤਲਬ ਇਹ ਹੈ ਕਿ ਲੋਕ ਸਭਾ ਕਨਸਟੀਟੂਐਂਸੀਜ਼ ਦੇ ਵਿੱਚ ਜੋ ਹੈ ਉਹ ਪੂਰੇ ਦੇਸ਼ ਨੂੰ ਵੰਡ ਦਿੱਤਾ ਗਿਆ ਹੈ। ਠੀਕ ਹੈ ਜੀ। ਇਲਾਕੇ ਦੇ ਆਧਾਰ ਤੇ ਜੋ ਹੈ ਉਹ ਪੂਰੇ ਭਾਰਤ ਨੂੰ ਜਾਂ ਪੂਰੀ ਸਟੇਟਸ ਨੂੰ ਜਿਹੜਾ ਹੈ, ਪੂਰੇ ਸ਼ਹਿਰਾਂ ਨੂੰ ਜੋ ਹੈ ਉਹ ਵੰਡਿਆ ਜਾ ਚੁੱਕਿਆ ਹੈ। ਸੋ ਇੱਕ ਫਿਲ ਇਨ ਦਾ ਬਲੈਂਕਸ ਤੁਹਾਡੇ ਜੋ ਕੁਐਸਚਨ ਦੇ ਵਿੱਚ ਦਿੱਤੀ ਹੋਈ ਹੈ ਉਹ ਹੈ ਕਿ ਭਾਰਤ ਦੀ ਪਹਿਲੀ ਲੋਕ ਸਭਾ ਚੋਣ ਕਦੋਂ ਹੋਈ ਸੀ? ਤਾਂ 1952 ਦੇ ਵਿੱਚ ਹੋਈ ਸੀ। ਇਹ ਫੈਕਟ ਹੈ ਇੱਕ ਜੋ ਤੁਸੀਂ ਧਿਆਨ ਦੇ ਵਿੱਚ ਰੱਖ ਸਕਦੇ ਹੋ। ਠੀਕ ਹੈ ਜੀ। ਸੋ ਆਪਾਂ ਚੱਲੀਏ ਅੱਗੇ। ਹੁਣ ਜਿਹੜਾ ਮੇਨ ਕੁਐਸਚਨ ਹੈ ਆਪਣਾ ਉਹ ਹੈ ਭਾਰਤੀ ਚੋਣ ਪ੍ਰਣਾਲੀ ਦੀਆਂ ਮੁੱਖ ਵਿਸ਼ੇਸ਼ਤਾਵਾਂ ਦੱਸੋ। ਠੀਕ ਹੈ ਜੀ। ਪਹਿਲੀ ਵਿਸ਼ੇਸ਼ਤਾ ਤਾਂ ਬੜੀ ਸੌਖੀ ਹੈ, ਜਿਹੜੀ ਮੈਂ ਆਲਰੇਡੀ ਪਤਾ ਨਹੀਂ ਕਿੰਨੀ ਵਾਰ ਬੋਲ ਚੁੱਕਿਆ ਹਾਂ। ਪਹਿਲੀ ਵਿਸ਼ੇਸ਼ਤਾ ਕੀ ਹੈ ਕਿ ਜੋ ਤੁਹਾਡਾ ਵੋਟਰ ਹੈ ਉਹ ਕਿੰਨੇ ਸਾਲ ਦਾ ਹੋਣਾ ਚਾਹੀਦਾ ਹੈ? ਉਹ ਹੋਣਾ ਚਾਹੀਦਾ ਜੀ 18 ਸਾਲ ਦਾ। ਠੀਕ ਹੈ। 18 ਸਾਲ ਦੇ ਹੋ, ਵੋਟ ਪਾਉਣ ਦਾ ਤੁਹਾਨੂੰ ਅਧਿਕਾਰ ਜੋ ਹੈ ਉਹ ਮਿਲ ਜਾਏਗਾ। ਹੁਣ 18 ਸਾਲ ਦੇ ਵੋਟ ਪਾਉਣ ਦੇ ਅਧਿਕਾਰ ਨੂੰ ਜੋ ਹੈ ਟੈਕਨੀਕਲ ਲੈਂਗੁਏਜ ਕਿਹਾ ਜਾਂਦਾ ਹੈ ਐਡਲਟ ਫਰੈਂਚਾਈਜ਼। ਐਡਲਟ ਫਰੈਂਚਾਈਜ਼ ਇਹਨੂੰ ਪੰਜਾਬੀ ਚ ਕਹਿੰਦੇ ਆ ਬਾਲਗ ਮਤਾਧਿਕਾਰ। ਮੈਂ ਆਲਰੇਡੀ ਦੱਸ ਚੁੱਕਿਆ ਕਿ ਜਦੋਂ ਕੋਈ ਵਿਅਕਤੀ 18 ਸਾਲ ਦਾ ਹੋ ਜਾਂਦਾ ਹੈ ਤਾਂ ਉਹਨੂੰ ਇੰਡੀਆ ਚ ਬਾਲਗ ਕਿਹਾ ਜਾਂਦਾ ਹੈ। ਠੀਕ ਹੈ। ਤਾਂ ਬਾਲਗ ਵਿਅਕਤੀ ਨੂੰ ਮਤ ਦਾ ਅਧਿਕਾਰ ਮਿਲ ਰਿਹਾ, ਮਤਲਬ ਚੋਣ ਪਾਉਣ ਦਾ ਅਧਿਕਾਰ, ਵੋਟ ਪਾਉਣ ਦਾ ਅਧਿਕਾਰ ਮਿਲ ਰਿਹਾ। ਵੋਟ ਨੂੰ ਜੋ ਹੈ ਪੰਜਾਬੀ ਚ ਮਤ ਵੀ ਕਿਹਾ ਜਾਂਦਾ ਹੈ, ਮਤਾਧਿਕਾਰ ਕਹਿੰਦੇ ਨੇ। ਤਾਂ ਬਾਲਗ ਮਤ ਅਧਿਕਾਰ ਯਾਨੀ ਕਿ 18 ਸਾਲ ਦਾ ਵਿਅਕਤੀ ਜੋ ਹੈ ਉਹ ਵੋਟ ਪਾਉਣ ਦਾ ਅਧਿਕਾਰ ਉਹਨੂੰ ਮਿਲ ਰਿਹਾ, ਉਹਨੂੰ ਬਾਲਗ ਮਤਾਧਿਕਾਰ ਐਡਲਟ ਫਰੈਂਚਾਈਜ਼ ਜੋ ਹੈ ਉਹ ਕਹਿੰਦੇ ਆ। ਦੂਸਰਾ ਪੁਆਇੰਟ ਤਾਂ ਹੋਰ ਸੌਖਾ ਹੈ, ਕਹਿੰਦਾ ਚੋਣਾਂ ਖੇਤਰੀ ਪ੍ਰਤੀਨਿਧਤਾ ਦੇ ਆਧਾਰ ਤੇ। ਇਹ ਤਾਂ ਮੈਂ ਆਲਰੇਡੀ ਦੱਸ ਚੁੱਕਿਆ ਕਿ ਏਰੀਆ ਵਾਈਜ਼ ਜੋ ਹੈ ਪੂਰੇ ਦੇਸ਼ ਨੂੰ ਵੰਡ ਲਿਆ ਜਾਂਦਾ, ਸਾਰੇ ਦੇਸ਼ ਨੂੰ ਬਰਾਬਰ ਚੋਣ ਖੇਤਰਾਂ ਵਿੱਚ ਵੰਡ ਦਿੱਤਾ ਜਾਂਦਾ। ਬਰਾਬਰ ਦੀ ਇਹਨਾਂ ਨੇ ਐਕਸਪਲੇਨੇਸ਼ਨ ਨਹੀਂ ਦਿੱਤੀ, ਬੱਚਾ ਕਨਫਿਊਜ਼ ਆਪੇ ਹੀ ਹੋਏਗਾ, ਐਕਸਪਲੇਨੇਸ਼ਨ ਦੇਣੀ ਚਾਹੀਦੀ ਸੀ। ਬਰਾਬਰ ਦਾ ਮਤਲਬ ਇਹੀ ਹੈ ਕਿ ਉਹ ਤੁਹਾਨੂੰ ਮੈਂ ਆਲਰੇਡੀ ਦੱਸ ਚੁੱਕਾ ਕਿ ਪੋਪੂਲੇਸ਼ਨ ਦੇ ਆਧਾਰ ਤੇ ਉਹਨੂੰ ਬਰਾਬਰ ਹਿੱਸਿਆਂ ਦੇ ਵਿੱਚ ਜੋ ਹੈ ਉਹ ਵੰਡਿਆ ਜਾਂਦਾ ਹੈ, ਜੋ ਕਿ ਮੈਂ ਵੀਡੀਓ ਨੰਬਰ 1 ਦੇ ਵਿੱਚ ਆਲਰੇਡੀ ਪਾਰਟ ਨੰਬਰ 1 ਚ ਦੱਸ ਚੁੱਕਿਆ। ਤੀਸਰਾ ਇਕਹਿਰਾ ਚੋਣ ਖੇਤਰ।
ਜਿਹੜੀ ਗੱਲ ਮੈਂ ਸੈਪਰੇਟ ਇਲੈਕਟੋਰੇਟ ਵਾਲੀ ਸਮਝਾਈ ਹੈ ਬਿਲਕੁਲ ਐਗਜ਼ੈਕਟ ਉਹੀ ਗੱਲ ਇੱਥੇ ਢੁੱਕ ਰਹੀ ਹੈ ਕਿ ਇੱਕ ਚੋਣ ਖੇਤਰ ਵਿੱਚੋਂ ਆਪਾਂ ਪੂਰੇ ਦੇਸ਼ ਨੂੰ ਬਰਾਬਰ ਚੋਣ ਖੇਤਰਾਂ ਵਿੱਚ ਵੰਡ ਲਿਆ ਸੀਗਾ, ਠੀਕ ਹੈ ਜੀ। ਸੋ ਇੱਕ ਚੋਣ ਖੇਤਰ ਵਿੱਚੋਂ ਇੱਕੋ ਹੀ ਉਮੀਦਵਾਰ ਚੁਣ ਕੇ ਜਾਏਗਾ। ਐਦਾਂ ਨਹੀਂ ਹੋਏਗਾ ਕਿ ਮੁਸਲਮਾਨਾਂ ਦਾ ਇੱਕ ਡਿਫਰੈਂਟ ਉਮੀਦਵਾਰ ਜੋ ਹੈ ਉਹ ਜਿੱਤ ਕੇ ਜਾ ਰਿਹਾ ਹੈ ਔਰ ਉਸੇ ਇਲਾਕੇ ਤੋਂ ਸੇਮ ਕੌਂਸਟੀਟੂਐਂਸੀ ਸਪੋਜ਼ ਕਰ ਲਓ ਅੰਮ੍ਰਿਤਸਰ ਹੈ ਤਾਂ ਇੱਦਾਂ ਨਹੀਂ ਹੋਏਗਾ ਕਿ ਉੱਥੋਂ ਦੀ ਇੱਕ ਸਿੱਖ ਚਿਹਰਾ ਜੋ ਹੈ ਉਹ ਗੁਰਜੀਤ ਔਜਲਾ ਜੀ ਹੈ ਉਹ ਜਿੱਤ ਕੇ ਜਾਣਗੇ, ਉਹ ਸਿੱਖਾਂ ਨੂੰ ਰਿਪਰੈਜ਼ੈਂਟ ਕਰਨਗੇ ਲੋਕ ਸਭਾ 'ਚ ਜਾ ਕੇ, ਤੇ ਇੱਕ ਹਿੰਦੂ ਚਿਹਰਾ ਜੋ ਹੈ ਉਹ ਜੋਸ਼ੀ ਜੀ ਸਪੋਜ਼ ਕਰ ਲਓ ਅਨਿਲ ਜੋਸ਼ੀ ਜੀ ਹੈ ਉਹ ਰਿਪਰੈਜ਼ੈਂਟ ਕਰਨਗੇ ਬੀਜੇਪੀ ਨੂੰ, ਉਹ ਹਿੰਦੂ ਚਿਹਰਾ ਹੋਣਗੇ। ਇੱਦਾਂ ਨਹੀਂ ਹੋਏਗਾ। ਇੱਕ ਚੋਣ ਖੇਤਰ ਵਿੱਚੋਂ ਇੱਕੋ ਹੀ ਉਮੀਦਵਾਰ ਚੁਣਿਆ ਜਾਏਗਾ। ਇੱਥੇ ਵੱਖਰਾ ਚੋਣ ਖੇਤਰ ਦੀ ਯਾਨੀ ਕਿ ਤੁਹਾਡੇ ਸੈਪਰੇਟ ਇਲੈਕਟੋਰੇਟ ਦਾ ਕੋਈ ਵੀ ਪ੍ਰਾਵਧਾਨ ਇੰਡੀਆ ਦੇ ਵਿੱਚ ਨਹੀਂ ਹੈ, ਠੀਕ ਹੈ ਜੀ। ਉਸ ਤੋਂ ਬਾਅਦ ਚੁਣੇ ਜਾਣ ਲਈ ਸਧਾਰਨ ਬਹੁਮਤ ਪ੍ਰਾਪਤ ਕਰਨ ਦੀ ਵਿਵਸਥਾ ਹੈ। ਸਧਾਰਨ ਬਹੁਮਤ, ਇੱਥੇ ਇਹ ਲਾਈਨ ਦੀ ਵੀ ਇੱਕ ਭੁਲੇਖਾ ਪੈ ਰਿਹਾ ਹੈ, ਥੋੜਾ ਧਿਆਨ ਨਾਲ ਸਮਝਣ ਵਾਲੀ ਗੱਲ ਹੈ। ਇੱਥੇ ਕਹਿੰਦੇ ਕਿ ਸਧਾਰਨ ਬਹੁਮਤ ਦਾ ਮਤਲਬ ਤਾਂ ਹਮੇਸ਼ਾ ਇਹ ਹੁੰਦਾ ਵੈ ਕਿ 50%, ਮੈਂ ਪੈਨ ਨੂੰ ਥੋੜਾ ਜਿਹਾ ਘੱਟ ਡਾਰਕ ਕਰ ਲਵਾਂ, ਇੱਕ ਸੈਕਿੰਡ ਜੀ। ਸਧਾਰਨ ਬਹੁਮਤ ਦਾ ਮਤਲਬ ਹੈ 50% प्लस 1 वोट, ठीक है। यानी कि 100 जे सपोज कर लो 200 का इजीली समझ आएगा, 200 सपोज कर लो वोटा ने, ठीक है। तो यदा 50% कितना होया 100, ठीक है जी, प्लस 1 वोट यानी कि 101 वोटा पै गया तो तुहानू सधारण बहुमत जो है वो मिल गया, ठीक है। तो सधारण बहुमत सरकार बनाने लिए तो जरूरी है, जिवें कि मैं तुहानू ऑलरेडी समझाया सीगा कि दूजे नंबर वीडियो ਦੇ ਵਿੱਚ ਸਮਝਾਇਆ ਹੈ ਕਿ ਪੰਜਾਬ ਵਿਧਾਨ ਸਭਾ ਦੀਆਂ 117 ਸੀਟਾਂ ਨੇ, ਤਾਂ ਜੇ ਕਿਸੇ ਨੇ ਸਰਕਾਰ ਬਣਾਣੀ ਹੈ ਤਾਂ 59 ਪਲੱਸ ਸੀਟਾਂ ਉਹਨੂੰ ਚਾਹੀਦੀਆਂ, ਜਾਂ ਫਿਰ ਲੋਕ ਸਭਾ ਦੇ ਵਿੱਚ ਜੋ ਹੈ ਟੋਟਲ 543 ਸੀਟਾਂ ਨੇ, 272 ਪਲੱਸ ਚਾਹੀਦੀਆਂ ਨੇ, ਜਿਵੇਂ ਕਿ ਮੋਦੀ ਜੀ ਨੂੰ ਦੇ ਕੋਲ 300 ਦੇ ਆਸ-ਪਾਸ ਸੀਟਾਂ ਨੇ, ਠੀਕ ਹੈ। ਲੇਕਿਨ ਜਿਹੜਾ ਭਾਰਤੀ ਚੋਣ ਪ੍ਰਣਾਲੀ ਦੀ ਮੁੱਖ ਵਿਸ਼ੇਸ਼ਤਾਵਾਂ ਦੇ ਵਿੱਚ ਜਿਹੜਾ ਇਹ ਕਹਿ ਰਹੇ ਨੇ ਕਿ ਚੁਣੇ ਜਾਣ ਲਈ ਇੱਕ ਕੈਂਡੀਡੇਟ ਨੂੰ ਚੁਣੇ ਜਾਣ ਲਈ ਸਧਾਰਨ ਬਹੁਮਤ ਦੀ ਜ਼ਰੂਰਤ ਹੈ, ਨਹੀਂ, ਏਦਾਂ ਨਹੀਂ ਹੋਏਗਾ। ਇਹ ਚੀਜ਼ ਸਮਝਣ ਵਾਲੀ ਹੈ ਕਿ ਮਤਲਬ ਜੇ ਇੱਕ ਇਲਾਕੇ ਦੇ ਵਿੱਚ ਉਹ ਜਿਸ ਹਲਕੇ ਨੂੰ ਰਿਪਰੈਜ਼ੈਂਟ ਕਰ ਰਿਹਾ ਹੈ ਕੋਈ ਐਮਐਲਏ, ਉੱਥੇ 1 ਲੱਖ ਵੋਟਾਂ ਨੇ ਸਪੋਜ਼ ਕਰ ਲਓ, ਉੱਥੇ 1 ਲੱਖ ਵੋਟਾਂ ਨੇ, ਤਾਂ ਉਹਨੂੰ ਜੇ ਤਾਂ ਤੁਸੀਂ ਸਧਾਰਨ ਬਹੁਮਤ ਦੀ ਗੱਲ ਕਰਦੇ ਹੋ ਤਾਂ ਉਹਨੂੰ 50,000 ਇੱਕ ਵੋਟ ਪੈਣੀ ਜ਼ਰੂਰੀ ਹੈ, ਠੀਕ ਹੈ, ਤਾਂ ਉਹ ਜਿੱਤੇਗਾ। ਲੇਕਿਨ ਤੁਸੀਂ ਨੋਟ ਕਰੋਗੇ ਕਿ 50,000 ਤਾਂ ਲੋਕ ਹੀ ਵੋਟ ਪਾਣ ਨਹੀਂ ਆਉਂਦੇ, ਮਤਲਬ 50,000 ਲੋਕ ਵੋਟ ਹੀ ਨਹੀਂ ਪਾਣ ਆਏ, ਸਿਰਫ ਵੋਟ ਪਾਣ ਕਿੰਨੇ ਲੋਕ ਆਏ 50,000 ਵੋਟ ਪਾਣ ਆਏ। ਉਹਨਾਂ 50,000 ਦੇ ਵਿੱਚੋਂ ਵੀ ਜਿਹੜੀਆਂ ਹੈਗੀਆਂ ਉਹ ਵੰਡੀਆਂ ਜਾਂਦੀਆਂ 4 ਪਾਰਟੀਆਂ ਵਿੱਚ, ਸਪੋਜ਼ ਕਰ ਲਓ ਮੰਨ ਲਓ ਕਿਸੇ ਪਾਰਟੀ ਨੂੰ 20,000 ਵੋਟ ਪੈ ਗਈ, ਕਿਸੇ ਨੂੰ 10,000 ਪਈ, ਕਿਸੇ ਨੂੰ 15,000 ਪਈ, ਕਿਸੇ ਨੂੰ 5,000 ਹੀ ਪਈ, ਠੀਕ ਹੈ। ਸੋ ਏਦਾਂ ਕਰਕੇ ਜੋ ਹੈ 50,000 ਪੂਰੇ ਹੋਏ। ਤਾਂ ਜੇ ਦੇਖਿਆ ਜਾਵੇ ਹੁਣ ਜਿਹਨੂੰ ਸਭ ਤੋਂ ਵੱਧ ਵੋਟਾਂ ਪੈ ਰਹੀਆਂ ਨਾ ਉਹ ਬੰਦਾ ਵਿਜੇਈ ਘੋਸ਼ਿਤ ਹੋ ਜਾਂਦਾ ਹੈ, ਉਹਨੂੰ ਵਿਜੇਤਾ ਘੋਸ਼ਿਤ ਕੀਤਾ ਜਾਂਦਾ ਹੈ। ਲੇਕਿਨ ਇੱਥੇ ਸਧਾਰਨ ਬਹੁਮਤ ਤਾਂ ਮਿਲਿਆ ਨਹੀਂ, ਉਹਨੂੰ 20,000 ਵੋਟਾਂ ਪਈਆਂ, ਲੱਖ ਦੇ ਵਿੱਚੋਂ 20,000 ਦਾ ਕੁਝ ਵੀ 20% ਵੋਟਾਂ ਹੋਈਆਂ, ਸੋ 50% ਪਲੱਸ 1 ਦਾ ਫਾਰਮੂਲਾ ਫੇਲ ਹੋ ਰਿਹਾ ਹੈ। ਸੋ ਇੱਥੇ ਸਧਾਰਨ ਬਹੁਮਤ ਲਿਖਿਆ ਹੋਇਆ, ਲੇਕਿਨ ਇਹਨੂੰ ਇਸ ਤਰੀਕੇ ਨਾਲ ਸਮਝਿਆ ਜਾਵੇ। ਸਧਾਰਨ ਬਹੁਮਤ ਦਾ ਜੋ ਅਰਥ ਹੈ ਉਹ ਹੈ ਕਿ ਹੋਰਾਂ ਦੇ ਮੁਕਾਬਲੇ ਜਿਸ ਉਮੀਦਵਾਰ ਨੂੰ ਕੁੱਲ ਉਚਿਤ ਪਈਆਂ ਵੋਟਾਂ ਵਿੱਚੋਂ ਜ਼ਿਆਦਾ ਵੋਟਾਂ ਮਿਲਦੀਆਂ ਉਹਨੂੰ ਜੇਤੂ ਕਰਾਰ ਦੇ ਦੇਣਗੇ। ਸਮਝ ਗਏ ਜੀ? ਓਕੇ, ਠੀਕ ਹੈ। ਅਗਲਾ ਪੁਆਇੰਟ ਹੈ ਕਿ ਲੋਕ ਸਭਾਵਾਂ ਲੋਕ ਸਭਾ ਉਹ ਇੱਕੋ ਹੀ ਹੈ, ਵਿਧਾਨ ਸਭਾਵਾਂ ਉਹ ਕਿੰਨੀਆਂ 29 ਸਟੇਟਾਂ ਨੇ, ਸਾਰਿਆਂ ਦੀ ਇਸ ਟਾਈਮ 28 ਸਟੇਟਾਂ ਨੇ, 28 ਸਟੇਟਾਂ ਵਿੱਚ ਵੱਖ-ਵੱਖ ਨੇ, ਠੀਕ ਹੈ। ਤੇ ਸਥਾਨਿਕ ਸੰਸਥਾਵਾਂ ਦੀਆਂ ਚੋਣਾਂ ਲਈ ਪ੍ਰਤੱਖ ਚੋਣ ਢੰਗ ਅਪਣਾਇਆ ਗਿਆ ਹੈ। ਹੁਣ ਇੱਥੇ ਕੁਝ ਸਮਝਣ ਵਾਲਾ ਹੈ, ਉਹ ਧਿਆਨ ਨਾਲ ਸਮਝਣਾ ਹੈ। ਲੋਕ ਸਭਾ ਲਈ ਅਸੀਂ ਆਪਣਾ ਐਮਪੀ ਆਪ ਚੁਣਦੇ ਹਾਂ, ਕਿਉਂਕਿ ਮੈਂ ਤੁਹਾਨੂੰ ਦੱਸਿਆ ਸੀ ਇਕਹਿਰੀ ਵੋਟਰ ਲਿਸਟ ਚੱਲਦੀ ਹੈ, ਠੀਕ ਹੈ ਜੀ। ਵਿਧਾਨ ਸਭਾ ਲਈ ਅਸੀਂ ਆਪਣਾ ਜੋ ਹੈ ਕੈਂਡੀਡੇਟ ਆਪ ਚੁਣਦੇ ਹਾਂ। ਸਥਾਨਕ ਸੰਸਥਾਵਾਂ ਲਈ ਆਪਣੇ ਵਾਰਡ ਦੇ ਲਈ ਆਪਣਾ ਕੌਂਸਲਰ ਆਪ ਚੁਣਦੇ ਹਾਂ, ਜਨਤਾ ਆਪ ਚੁਣਨ ਜਾਂਦੀ ਹੈ, ਠੀਕ ਹੈ। ਤਾਂ ਪ੍ਰਤੱਖ ਚੋਣ ਦਾ ਢੰਗ ਦਾ ਇਹ ਕਹਿ ਰਿਹਾ ਹੈ ਕਿ ਮਤਦਾਤਾ ਸਿੱਧੇ ਤੌਰ ਤੇ ਪੋਲਿੰਗ ਬੂਥਾਂ ਤੇ ਜਾ ਕੇ ਆਪਣੀ ਪਸੰਦ ਦੇ ਉਮੀਦਵਾਰ ਨੂੰ ਵੋਟ ਪਾਉਂਦੇ ਹਨ। ਇਹ ਮੈਂ ਆਲਰੇਡੀ ਤੁਹਾਨੂੰ ਦੱਸ ਚੁੱਕਿਆ। ਲੇਕਿਨ ਜਿਵੇਂ ਕਿ ਮੈਂ ਦੱਸਿਆ ਸੀ ਕਿ ਜੋ ਪਾਰਲੀਮੈਂਟ ਹੈ, ਜੋ ਸੰਸਦ ਹੈ, ਸੰਸਦ ਦੇ 3 ਅੰਗ ਨੇ, ਸੰਸਦ ਦੇ 3 ਅੰਗ ਮੈਂ ਬਹੁਤ ਵਾਰ ਰਿਪੀਟ ਕਰ ਚੁੱਕਿਆ ਹਾਂ, ਲੋਕ ਸਭਾ, ਰਾਜ ਸਭਾ ਤੇ ਰਾਸ਼ਟਰਪਤੀ ਸੰਸਦ ਦੇ 3 ਅੰਗ ਹਨ, ਠੀਕ ਹੈ ਜੀ। ਸੋ ਲੋਕ ਸਭਾ ਲਈ ਤਾਂ ਤੁਸੀਂ ਡਾਇਰੈਕਟ ਚੁਣ ਲਿਆ ਆਪਣਾ, ਠੀਕ ਹੈ। ਲੇਕਿਨ ਕਦੇ ਵੀ ਤੁਸੀਂ ਆਪਣੇ ਘਰਦਿਆਂ ਨੂੰ ਇਹ ਨਹੀਂ ਕਹਿੰਦੇ ਸੁਣਿਆ ਹੋਵੇਗਾ ਕਿ ਅਸੀਂ ਰਾਜ ਸਭਾ ਲਈ ਮੈਂਬਰ ਚੁਣਨ ਚੱਲੇ ਹਾਂ, ਠੀਕ ਹੈ। ਤਾਂ ਰਾਜ ਸਭਾ ਦੇ ਜਿਹੜੇ ਮੈਂਬਰ ਨੇ ਜਾਂ ਜਿਹੜੇ ਰਾਜ ਦੇ ਵਿੱਚ ਵਿਧਾਨ ਪਰਿਸ਼ਦਾਂ ਨੇ, ਇਹ ਥੋੜਾ ਜਿਹਾ ਕੰਪਲੈਕਸ ਹੋਏਗਾ। ਵਿਧਾਨ ਪਰਿਸ਼ਦ ਨੂੰ ਹਾਲੇ ਮੈਂ ਰੋਕ ਰਿਹਾ, ਮੈਂ ਸਿਰਫ ਰਾਜ ਸਭਾ ਤੋਂ ਇੱਕ ਐਗਜ਼ਾਮਪਲ ਛੋਟਾ ਜਿਹਾ ਸਮਝਾ ਦੂੰਗਾ, ਜਾਂ ਰਾਸ਼ਟਰਪਤੀ ਉਪ ਰਾਸ਼ਟਰਪਤੀ ਦੀ ਚੋਣ ਵਿਵਸਥਾ ਤੋਂ ਸਮਝਾ ਦੂੰਗਾ ਕਿ ਅਪਰਤੱਖ ਜਿਹੜਾ ਢੰਗ ਹੈ ਉਹ ਅਪਰਤੱਖ ਢੰਗ ਹੈ ਕੀ ਹੈ, ਠੀਕ ਹੈ। ਸੋ मैं इस चीज ਨੂੰ ਹੋਰ ਥੋੜਾ ਜਿਹਾ ਕਲੀਅਰ ਕਰਦਾ ਹਾਂ। 1 सेकंड होल्ड प्लीज।
हाँ जी। ਤੇ ਹੁਣ ਜੇ ਗੱਲ ਕਰੀਏ ਰਾਜ ਸਭਾ ਦੇ ਮੈਂਬਰ ਜੋ ਹੈ, ਰਾਜ ਸਭਾ ਦੇ ਮੈਂਬਰ ਕਿਵੇਂ ਚੁਣੇ ਜਾ ਰਹੇ ਹੈ, ਠੀਕ ਹੈ। ਰਾਜ ਸਭਾ ਨੂੰ ਜਿਹੜਾ ਹੈ ਉਹ ਕਾਉਂਸਿਲ ਆਫ ਸਟੇਟਸ ਕਿਹਾ ਜਾਂਦਾ ਹੈ, ਕਾਉਂਸਿਲ ਆਫ ਸਟੇਟਸ ਕਿਹਾ ਜਾਂਦਾ ਹੈ। ਇਹਦਾ ਮਤਲਬ ਇਹ ਹੈ ਕਿ ਰਾਜ ਸਭਾ ਦੇ ਵਿੱਚ ਜਿਹੜੇ ਐਮਪੀ ਜਾਂਦੇ ਨੇ ਉਹ ਜਿਹੜੀਆਂ ਵੀ ਜਿਹੜੇ ਸੂਬੇ ਨੇ, ਜਿਹੜੇ ਸਟੇਟਸ ਨੇ, ਜਿਹੜੇ ਪ੍ਰਾਂਤ ਨੇ, ਜਿਵੇਂ ਪੰਜਾਬ ਇੱਕ ਪ੍ਰਾਂਤ ਹੈ, ਹਰਿਆਣਾ ਇੱਕ ਪ੍ਰਾਂਤ ਹੈ, ਠੀਕ ਹੈ, ਇਹਨਾਂ ਦੇ ਹੱਕਾਂ ਨੂੰ ਰਿਪਰੈਜ਼ੈਂਟ ਕਰਦੇ ਨੇ ਰਾਜ ਸਭਾ ਦੇ ਵਿੱਚ ਜਿਹੜੇ ਵੀ ਮੈਂਬਰ ਆਫ ਪਾਰਲੀਮੈਂਟ ਚੁਣੇ ਜਾਣਗੇ, ਜਿਹੜੇ ਵੀ ਮੈਂਬਰ ਆਫ ਪਾਰਲੀਮੈਂਟ ਚੁਣੇ ਜਾਂਦੇ ਨੇ, ਐਮਪੀ ਚੁਣੇ ਜਾਂਦੇ ਨੇ, ਕਿਹਦੇ ਲਈ? ਰਾਜ ਸਭਾ ਦੇ ਲਈ, ਠੀਕ ਹੈ ਜੀ। ਤਾਂ ਹੁਣ ਇਹ ਮੈਂਬਰ ਜਿਹੜੇ ਰਾਜ ਸਭਾ ਦੇ ਵਿੱਚ ਚੁਣੇ ਜਾਣਗੇ, ਇਹਨਾਂ ਦਾ ਚੁਣਾਵ ਕਿਵੇਂ ਹੁੰਦਾ ਹੈ? ਕਿਉਂਕਿ ਇਹਨਾਂ ਨੇ ਸਟੇਟ ਦੇ ਹੱਕਾਂ ਨੂੰ ਜਿਹੜਾ ਹੈ ਉਹ ਸੰਸਦ ਦੇ ਵਿੱਚ ਰਿਪਰੈਜ਼ੈਂਟ ਕਰਨਾ ਹੁੰਦਾ ਹੈ। ਸੋ ਇਹਨਾਂ ਨੂੰ ਚੁਣਨ ਦਾ ਜੋ ਅਧਿਕਾਰ ਦਿੱਤਾ ਗਿਆ ਉਹ ਵੀ ਸਟੇਟ ਦੀਆਂ ਜੋ ਲੈਜਿਸਲੇਟਿਵ ਅਸੈਂਬਲੀਜ਼ ਹੈ ਉਹਨਾਂ ਨੂੰ ਦਿੱਤਾ ਗਿਆ ਹੈ। ਸਟੇਟ ਦੀ ਜੋ ਲੈਜਿਸਲੇਟਿਵ ਅਸੈਂਬਲੀਜ਼ ਹੈ, ਯਾਨੀ ਕਿ ਸਟੇਟ ਦੀਆਂ ਜੋ ਵਿਧਾਨ ਸਭਾਵਾਂ ਨੇ, ਉਹਨਾਂ ਨੂੰ ਇਹ ਅਧਿਕਾਰ ਜੋ ਹੈ ਉਹ ਦਿੱਤਾ ਗਿਆ ਹੈ। ਹੁਣ ਸਟੇਟ ਦੀ ਲੈਜਿਸਲੇਟਿਵ ਅਸੈਂਬਲੀ 'ਚ ਕੌਣ ਹੁੰਦੇ ਨੇ? MLA। ਸੋ ਇਹਨਾਂ MLAs ਵੱਲੋਂ ਜੋ ਹੈ ਉਹ ਰਾਜ ਸਭਾ ਦੇ MP ਨੂੰ ਚੁਣਿਆ ਜਾ ਰਿਹਾ ਹੈ, ਠੀਕ ਹੈ ਜੀ। ਸੋ ਇਹਨੂੰ ਮੈਂ ਹੋਰ ਥੋੜਾ ਜਿਹਾ ਕਲੀਅਰ ਕਰ ਦੇਣਾ, ਹੋਰ ਸਾਫ਼ ਕਰ ਦੇਣਾ ਵਾ। ਲੋ ਜੀ, ਠੀਕ ਹੈ। ਤੁਹਾਡਾ ਵਿਧਾਨ ਸਭਾ ਦੇ ਜਿਹੜੇ MLA ਨੇ ਉਹ ਚੁਣ ਕੇ ਭੇਜ ਰਹੇ ਹੈ, ਕਿਹਨੂੰ ਭੇਜ ਰਹੇ ਨੇ? ਉਹ ਚੁਣ ਕੇ ਭੇਜ ਨੇ ਰਾਜ ਸਭਾ ਦੇ MP ਨੂੰ, ਠੀਕ ਹੈ ਜੀ। ਮਤਲਬ ਆਪਣੇ ਵਿੱਚੋਂ ਨਹੀਂ ਕਿਸੇ ਨੂੰ ਚੁਣ ਕੇ ਭੇਜਦੇ, ਕਿਸੇ ਵੀ ਵਿਅਕਤੀ ਦਾ ਨਾਮ ਜੋ ਹੈ ਉਹ ਦਿੱਤਾ ਜਾਏਗਾ। ਹਰ ਪਾਰਟੀ ਵੱਲੋਂ ਆਪਣੇ ਆਪਣੇ ਵਿਅਕਤੀਆਂ ਦੇ ਨਾਮ ਦਿੱਤੇ ਜਾਣਗੇ, ਠੀਕ ਹੈ। ਜਿਹੜੀ ਪਾਰਟੀ ਕੋਲ MLA ਜ਼ਿਆਦਾ ਹੋਣਗੇ, ਠੀਕ ਹੈ, ਉਹਨਾਂ ਵੱਲੋਂ ਆਪਣੇ ਉਨੇ ਹੀ ਵਿਅਕਤੀ ਜਿਹੜੇ ਹੈ, ਇੱਕ ਮਤਲਬ ਪ੍ਰੋਸੀਜਰ ਥੋੜਾ ਡਿਫਰੈਂਟ ਹੁੰਦਾ ਹੈ। ਮੈਂ ਤੁਹਾਨੂੰ ਹਾਈਪੋਥੈਟਿਕਲੀ ਐਵੇਂ ਹੀ ਦੱਸ ਰਿਹਾ ਵਾਂ ਕਿਉਂਕਿ ਹਾਲੇ ਤੁਹਾਨੂੰ ਉਨੀ ਜ਼ਰੂਰਤ ਨਹੀਂ ਹੈ ਇੰਨਾ ਡੂੰਘਾਈ 'ਚ ਜਾਣ ਦੀ, ਠੀਕ ਹੈ, ਕਿ ਕਿਵੇਂ ਮੈਂਬਰ ਚੁਣ ਰਹੇ ਆ। ਸੋ ਬਸ ਇਹਨਾਂ MLAs ਵੱਲੋਂ ਕਿਸੇ ਵੀ ਵਿਅਕਤੀ ਨੂੰ ਜੋ ਹੈ ਉਹ ਰਾਜ ਸਭਾ ਦਾ MP ਬਣਾ ਕੇ ਆਪਣੇ ਸਟੇਟ ਨੂੰ ਰਿਪਰੈਜ਼ੈਂਟ ਕਰਨ ਦੇ ਲਈ ਜੋ ਹੈ ਉਹ ਭੇਜਿਆ ਜਾ ਸਕਦਾ ਹੈ ਸੰਸਦ ਦੇ ਵਿੱਚ। ਸੰਸਦ ਦੇ 3 ਹਿੱਸੇ ਨੇ, ਲੋਕ ਸਭਾ, ਰਾਜ ਸਭਾ ਤੇ, ਠੀਕ ਹੈ। ਸੋ ਇੱਕ ਚੀਜ਼ ਤੁਸੀਂ ਨੋਟ ਕੀਤੀ ਕਿ ਤੁਸੀਂ ਰਾਜ ਸਭਾ ਦਾ ਜਿਹੜਾ MP ਹੈ ਉਹਨੂੰ ਚੁਣਨ ਦੇ ਵਿੱਚ ਕਿਸੇ ਵੋਟਰ ਦਾ ਕੋਈ ਯੋਗਦਾਨ ਦੇਖਿਆ? ਨਹੀਂ, ਵੋਟਰ ਦਾ ਜੋ ਹੈ ਡਾਇਰੈਕਟ ਕੋਈ ਯੋਗਦਾਨ ਨਹੀਂ ਹੈ। ਵੋਟਰ ਦਾ ਯੋਗਦਾਨ ਕਿੱਥੇ ਸੀਗਾ? ਵੋਟਰ ਨੇ ਇਹਨੂੰ ਚੁਣਿਆ ਸੀਗਾ। ਵੋਟਰ ਨੇ, ਆਮ ਵੋਟਰ ਨੇ ਕਿਹਨੂੰ ਚੁਣਿਆ ਸੀਗਾ? ਉਹਨੇ ਆਪਣਾ MLA ਚੁਣਿਆ ਸੀਗਾ, ਠੀਕ ਹੈ। ਉਸ MLA ਨੇ ਅੱਗੇ ਰਾਜ ਸਭਾ ਨੂੰ ਚੁਣ ਲਿਆ। ਲੇਕਿਨ ਜੇ ਦੇਖਿਆ ਜਾਵੇ ਕਿ ਜੇ ਵੋਟਰ ਵੋਟ ਕਰਕੇ ਇਹਨੂੰ ਹੀ ਨਹੀਂ ਜਿਤਾਊਗਾ, MLA ਨਹੀਂ ਜਿਤਾਊਗਾ, ਤਾਂ ਰਾਜ ਸਭਾ ਦਾ MP ਕਿਵੇਂ, ਕੋਈ ਵਿਅਕਤੀ ਕਿਵੇਂ ਬਣ ਸਕਦਾ ਹੈ? ਸੋ ਰਾਜ ਸਭਾ ਦੇ MP ਨੂੰ ਜੋ ਸਪੋਰਟ ਮਿਲ ਰਹੀ ਹੈ, ਜੋ ਉਹਦਾ ਸਪੋਰਟ ਸਿਸਟਮ ਹੈ, ਉਹ ਕੌਣ ਹੈ? ਉਹ ਵੋਟਰ ਹੀ ਹੈ। ਸੋ ਲੇਕਿਨ ਵੋਟਰ ਦੀ ਵੋਟ ਜਿਹੜੀ ਹੈ ਉਹ ਅਪ੍ਰਤੱਖ ਤਰੀਕੇ, ਅਸਿੱਧੇ ਤੌਰ ਤੇ ਜਿਹੜੀ ਹੈ ਉਹ ਰਾਜ ਸਭਾ MP ਤੱਕ ਜੋ ਹੈ ਉਹ ਪਹੁੰਚ ਰਹੀ ਹੈ। ਸੋ ਇਹੀ ਤਰੀਕਾ ਹੈ। ਇਸੇ ਤਰੀਕੇ ਜਿਹੜਾ ਤੁਸੀਂ ਰਾਸ਼ਟਰਪਤੀ ਚੁਣਨਾ ਹੈ, ਆਪਣਾ ਰਾਸ਼ਟਰਪਤੀ ਚੁਣਨਾ ਹੈ, ਠੀਕ ਹੈ, ਜਾਂ ਫਿਰ ਉਪ ਰਾਸ਼ਟਰਪਤੀ ਚੁਣਨਾ ਹੈ, ਠੀਕ ਹੈ, ਉਹਨਾਂ ਦੀ ਚੋਣਾਂ ਦੇ ਵਿੱਚ ਵੀ ਜੋ ਹੈ ਤੁਸੀਂ ਵੋਟਰ ਜੋ ਹੈ ਉਹ ਡਾਇਰੈਕਟ ਪਾਰਟਿਸਿਪੇਟ ਨਹੀਂ ਕਰ ਰਿਹਾ। ਉਹ ਜਾਂ ਤਾਂ ਆਪਣੇ MLA ਦੇ ਥਰੂ ਜਾਂ ਫਿਰ ਆਪਣੇ ਚੁਣੇ ਹੋਏ ਲੋਕ ਸਭਾ ਦੇ MP ਦੇ ਥਰੂ ਜੋ ਹੈ ਉਹ ਪਾਰਟਿਸਿਪੇਟ ਕਰ ਰਿਹਾ ਹੈ। ਕਿਹਦੇ ਵਿੱਚ ਪਾਰਟਿਸਿਪੇਟ ਕਰ ਰਿਹਾ ਹੈ? ਰਾਸ਼ਟਰਪਤੀ ਤੇ ਉਪ ਰਾਸ਼ਟਰਪਤੀ ਦੀ ਚੋਣਾਂ ਦੇ ਵਿੱਚ, ਠੀਕ ਹੈ ਜੀ। ਸੋ ਆਈ ਥਿੰਕ ਮੈਂ ਕਲੀਅਰ ਕਰ ਪਾਇਆ ਹੋਊਗਾ ਤੁਹਾਨੂੰ ਕਿ ਇਹਨਾਂ ਕਿ ਅਸੀਂ ਡਾਇਰੈਕਟ ਚੋਣਾਂ ਕਿਹਨੂੰ ਕਹਿ ਰਹੇ ਹਾਂ ਤੇ ਇਨਡਾਇਰੈਕਟ ਚੋਣਾਂ ਕਿਹਨੂੰ ਕਹਿ ਰਹੇ ਹਾਂ, ਠੀਕ ਹੈ ਜੀ। ਸੋ ਰਾਜ ਸਭਾ ਤੇ ਰਾਜ ਦੇ ਵਿਧਾਨ ਪ੍ਰੀਸ਼ਦਾਂ ਦੇ ਚੋਣ ਅਪ੍ਰਤੱਖ ਢੰਗ ਨਾਲ ਕਰਵਾਇਆ ਜਾਂਦਾ। ਰਾਸ਼ਟਰਪਤੀ ਤੇ ਉਪ ਰਾਸ਼ਟਰਪਤੀ ਦੀ ਚੋਣ ਵੀ ਅਪ੍ਰਤੱਖ ਢੰਗ ਨਾਲ ਕਰਵਾਈ ਜਾਂਦੀ ਹੈ। ਤੁਸੀਂ ਕਦੇ ਵੀ ਆਪ ਜੋ ਹੈ ਐਜ਼ ਏ ਵੋਟਰ ਡਾਇਰੈਕਟ ਜੋ ਹੈ ਰਾਸ਼ਟਰਪਤੀ ਤੇ ਉਪ ਰਾਸ਼ਟਰਪਤੀ ਦੀ ਚੋਣਾਂ ਦੇ ਵਿੱਚ ਭਾਗ ਲੈਣ ਨਹੀਂ ਜਾਂਦੇ, ਬੂਥ ਦੇ ਉੱਤੇ ਵੋਟ ਕਰਨ ਕਦੀ ਵੀ ਨਹੀਂ ਜਾਂਦੇ ਹੋ। 6th ਪੁਆਇੰਟ ਮੈਂ ਆਲਰੇਡੀ ਕਲੀਅਰ ਕਰ ਚੁੱਕਿਆ ਕਿ ਅਨੁਸੂਚਿਤ ਜਾਤੀ ਤੇ ਅਨੁਸੂਚਿਤ ਕਬੀਲੇ ਜਿਹੜੇ ਹੈ ਉਹ ਪਿੱਛੇ ਨਾ ਰਹਿ ਜਾਣ ਦੇਸ਼ ਦੀ ਵਿਕਾਸ ਦੇ ਵਿੱਚ, ਤੇ ਉਹਨਾਂ ਦੀ ਆਵਾਜ਼ ਜਿਹੜੀ ਹੈ ਕਦੇ ਇਦਾਂ ਨਾ ਹੋਵੇ ਕਿ ਜੋ ਮੈਜੋਰਿਟੀ ਹੈ ਜਾਂ ਜਿਹੜੇ ਆਲਰੇਡੀ ਹਿਸਟੋਰੀਕਲੀ ਜਿਹੜੇ ਹੈਗੇ ਉਹ ਪ੍ਰਿਵਿਲੇਜਡ ਰਹੇ ਹੈ, ਠੀਕ ਹੈ, ਇਤਿਹਾਸਿਕ ਤੌਰ ਤੇ ਜਿਹੜੇ ਸੰਪੰਨ ਰਹੇ ਹੈ, ਚਾਹੇ ਉਹ ਉੱਚ ਜਾਤਾਂ ਬ੍ਰਾਹਮਣ ਹੋ ਗਏ, ਠਾਕੁਰ ਹੋ ਗਏ, ਉਹਨਾਂ ਵੱਲੋਂ ਇਹਨਾਂ ਅਨੁਸੂਚਿਤ ਜਾਤੀਆਂ ਨੂੰ ਦਬਾਅ ਨਾ ਦਿੱਤਾ ਜਾਵੇ, ਇਹਨਾਂ ਦਾ ਸ਼ੋਸ਼ਣ ਨਾ ਕੀਤਾ ਜਾਵੇ, ਠੀਕ ਹੈ। ਸੋ ਇਹਨਾਂ ਦੀ ਆਵਾਜ਼ ਵੀ ਜਿਹੜੀ ਹੈਗੀ ਹੈ ਉਹ ਲੋਕਤੰਤਰ ਦੀ ਮਹਾਪੰਚਾਇਤ ਦੇ ਵਿੱਚ ਜਿਹੜੀ ਹੈ ਉਹ ਪਹੁੰਚ ਸਕੇ। ਸੋ ਇਹਦੇ ਲਈ ਅਨੁਸੂਚਿਤ ਜਾਤੀ ਤੇ ਅਨੁਸੂਚਿਤ ਕਬੀਲਿਆਂ ਦੇ ਲੋਕਾਂ ਲਈ ਕੁਝ ਸੀਟਾਂ ਰੱਖਣੀਆਂ ਕੀਤੀਆਂ ਗਈਆਂ। ਜਿਵੇਂ ਜਲੰਧਰ ਦੀ ਸੀਟ, ਆਈ ਥਿੰਕ ਹੁਸ਼ਿਆਰਪੁਰ ਦੀ ਸੀਟ ਵੀ ਜਿਹੜੀ ਹੈ ਉਹ SC ਜੋ ਕੈਂਡੀਡੇਟਸ ਲਈ ਰਿਜ਼ਰਵ ਕੀਤੀ ਗਈ ਹੈ। ਸੋ ਉੱਥੋਂ ਦੀ ਸਿਰਫ ਔਰ ਸਿਰਫ SC ਕੈਂਡੀਡੇਟ ਹੀ ਜਿਹੜੇ ਹੈ ਉਹ ਹਰ ਪਾਰਟੀ ਵੱਲੋਂ ਆਪਣੇ ਖੜੇ ਕੀਤੇ ਜਾਣਗੇ, ਲੇਕਿਨ ਵੋਟਿੰਗ ਜਿਹੜੀ ਹੈ ਉਹ ਸਾਰੇ ਕਰਨਗੇ, ਚਾਹੇ ਉਹ ਜਨਰਲ ਕੈਟਾਗਰੀ ਤੋਂ ਕੋਈ ਹੈ, ਚਾਹੇ ਉਹ SC ST ਨੂੰ ਬਿਲੋਂਗ ਕਰਦਾ ਹੈ, ਠੀਕ ਹੈ ਜੀ। ਤਾਂ ਕੁਝ ਸੀਟਾਂ ਜੋ ਹੈ ਉਹ ਰਾਖਵੀਆਂ ਕੀਤੀਆਂ
ਜਾ ਰਹੀਆਂ ਹੈ। ਸੈਪਰੇਟ ਇਲੈਕਟੋਰੇਟ ਦਾ ਕੋਈ ਪ੍ਰੋਵੀਜ਼ਨ ਨਹੀਂ ਕੀਤਾ ਗਿਆ, ਲੇਕਿਨ ਸੀਟਾਂ ਜ਼ਰੂਰ ਤੁਹਾਡੀਆਂ ਜਿਹੜੀਆਂ ਹੈ ਉਹ ਰਾਖਵੀਆਂ ਕਰ ਦੇਵਾਂਗੇ। ਠੀਕ ਹੈ ਜੀ। ਹੁਣ ਭਾਰਤ ਦਾ ਰਾਸ਼ਟਰਪਤੀ ਜੋ ਹੈ, ਭਾਰਤ ਦਾ ਜੋ ਰਾਸ਼ਟਰਪਤੀ ਹੈ ਉਹਦੇ ਵੱਲੋਂ ਰਾਜ ਸਭਾ 'ਚ 12 ਤੇ ਲੋਕ ਸਭਾ 'ਚ 2 ਮੈਂਬਰ ਜੋ ਹੈ ਉਹ ਨੋਮੀਨੇਟ ਕੀਤੇ ਜਾ ਸਕਦੇ, ਨਾਮਜ਼ਦ ਕੀਤੇ ਜਾ ਸਕਦੇ ਆ। ਨੋਮੀਨੇਟ ਦਾ ਹੁਣ ਮਤਲਬ ਕੀ ਹੈ? ਕਹਿਣ ਦਾ ਭਾਵ ਹੈ ਕਿ ਤੁਸੀਂ ਇਮੇਜਿਨ ਕਰੋ ਕਿ ਕੋਈ ਇੱਕ ਵਿਅਕਤੀ ਜਿਹਨੇ ਰਾਜ ਲੋਕ ਸਭਾ ਦੀ ਇਲੈਕਸ਼ਨ ਲੜਨੀ ਹੈ, ਮਤਲਬ ਕਿ 20 ਲੱਖ ਲੋਕਾਂ ਦਾ ਨੁਮਾਇੰਦਾ ਬਣਨਾ ਹੈ, ਸੋ ਉਹਨੂੰ ਕਿੰਨਾ ਐਫਰਟ ਕਰਨਾ ਪਏਗਾ ਉਹ 20 ਲੱਖ ਲੋਕਾਂ ਦਾ ਵਿਸ਼ਵਾਸ ਜਿੱਤਣ ਦੇ ਲਈ। ਠੀਕ ਹੈ। ਲੇਕਿਨ ਤੁਸੀਂ ਇਹ ਇਮੇਜਿਨ ਕਰੋ, ਤੁਸੀਂ ਰਾਤ ਨੂੰ ਬੜੇ ਮਜ਼ੇ ਨਾਲ ਸੁੱਤੇ ਸੀਗੇ, ਠੀਕ ਹੈ, ਤੇ ਔਰ ਸਵੇਰੇ ਤੁਹਾਨੂੰ ਉੱਠ ਕੇ ਪਤਾ ਲੱਗਿਆ ਕਿ ਰਾਸ਼ਟਰਪਤੀ ਸਾਹਿਬ ਨੇ ਤੁਹਾਨੂੰ ਤੁਹਾਡਾ ਨਾਮ ਨੋਮੀਨੇਟ ਕਰ ਦਿੱਤਾ ਹੈ ਕਿ ਤੁਸੀਂ ਇਸ ਪਾਰਟਿਕੂਲਰ ਇਲਾਕੇ ਨੂੰ ਜੋ ਹੈ ਉਹ ਆਪਣਾ ਰਿਪਰੈਜ਼ੈਂਟ ਕਰੋਗੇ, ਜਾਂ ਤੁਸੀਂ ਪੂਰੇ ਦੇਸ਼ ਨੂੰ ਜੋ ਹੈ ਪੂਰੇ ਦੇਸ਼ ਦੇ ਨੁਮਾਇੰਦੇ ਬਣ ਰਹੇ ਹੋ। ਠੀਕ ਹੈ ਜੀ। ਤੇ ਲੋਕ ਸਭਾ ਦੇ ਵਿੱਚ ਜਾਂ ਰਾਜ ਸਭਾ 'ਚ ਤੁਹਾਨੂੰ ਐਜ਼ ਏ MP ਜਿਹੜਾ ਹੈ ਭੇਜਿਆ ਜਾ ਰਿਹਾ ਹੈ। ਠੀਕ ਹੈ। ਹੁਣ ਬਹੁਤ ਸਾਰੇ ਇਹ ਬਿਲਕੁਲ ਫ੍ਰੀ ਫੰਡ ਖਾਤੇ ਜਿਹੜਾ ਹੈ ਇਹ ਚੀਜ਼ ਪੋਸੀਬਲ ਨਹੀਂ ਹੈਗੀ। ਕੀ ਹੋਏਗਾ ਕਿ ਕੋਈ ਇੱਕ ਐਸਾ ਵਿਅਕਤੀ ਹੈ ਜਿਹਨੇ ਸਾਇੰਸ ਦੇ ਵਿੱਚ ਕੁਝ ਵੱਡਾ ਕੀਤਾ ਹੈ, ਜਾਂ ਆਰਟ ਦੇ ਵਿੱਚ ਕੁਝ ਬਹੁਤ ਵੱਡਾ ਕੀਤਾ, ਜਿਵੇਂ ਹੁਣ ਸਚਿਨ ਤੰਦੂਲਕਰ ਹੈ ਕ੍ਰਿਕਟ ਤੇ, ਉਹਨਾਂ ਨੂੰ ਮਤਲਬ ਕ੍ਰਿਕਟ 'ਚ ਇੱਕ ਮਹਾਨ ਦਿੱਗਜ ਖਿਲਾੜੀ ਮੰਨਿਆ ਜਾਂਦਾ ਹੈ। ਲਤਾ ਮੰਗੇਸ਼ਕਰ ਜੀ ਨੂੰ ਜਿਹੜਾ ਹੈ ਉਹ ਸੁਰਾਂ ਦੀ ਨੇਤਰੀ ਕਹਿੰਦੇ ਸੀਗੇ। ਠੀਕ ਹੈ ਜੀ। ਤੋਂ ਸੁਰ ਕੋਕਿਲਾ ਕਹਿੰਦੇ ਸੀਗੇ। ਸੋ ਉਹਨਾਂ ਨੇ ਆਪਣੇ ਫੀਲਡ 'ਚ ਬਹੁਤ ਕੁਝ ਵੱਡਾ ਕੀਤਾ, ਲੇਕਿਨ ਕੀ ਸਚਿਨ ਜੀ ਕਦੇ ਇਲੈਕਸ਼ਨ ਲੜ ਕੇ ਜੋ ਹੈ ਉਹ ਲੋਕ ਸਭਾ ਦੇ ਵਿੱਚ ਆ ਸਕਦੇ ਹੈ? ਉਹ ਨਹੀਂ, ਨਾ ਉਹ ਆਉਣਾ ਚਾਹੁੰਦੇ ਆ ਤੇ ਨਾ ਹੀ ਉਹ ਆ ਸਕਣਗੇ। ਠੀਕ ਹੈ। ਉਹ ਪਿੱਛੇ ਜੇ ਕੁਝ ਸਮੇਂ ਤੋਂ ਜਿਹੜਾ ਹੈ ਐਕਟਰਸ ਵਗੈਰਾ ਨੇ ਜਿੱਤਣਾ ਸ਼ੁਰੂ ਕੀਤਾ, ਲੇਕਿਨ ਪਹਿਲਾਂ ਲੋਕਾਂ ਵੱਲੋਂ ਨਕਾਰ ਦਿੱਤਾ ਜਾਂਦਾ ਸੀ, ਐਕਟਰਸ ਨੂੰ ਵੋਟਾਂ ਨਹੀਂ ਪਾਈ ਜਾਂਦੀਆਂ ਸੀ, ਉਹਨਾਂ ਵੱਲੋਂ ਕਿਸੇ ਸੁਲਝੇ ਹੋਏ ਲੀਡਰ ਨੂੰ ਹੀ ਵੋਟ ਪਾਈ ਜਾਂਦੀ ਸੀ ਜੋ ਉਹਨਾਂ ਦਾ ਐਕਚੁਅਲ ਲੀਡਰ ਬਣ ਸਕੇ ਤੇ ਉਹਨਾਂ ਦੀ ਆਵਾਜ਼ ਜੋ ਹੈ ਉਹ ਲੋਕ ਸਭਾ ਦੇ ਵਿੱਚ ਜਿਹੜੀ ਹੈ ਉਹ ਚੁੱਕ ਸਕੇ। ਠੀਕ ਹੈ ਜੀ। ਸੋ ਭਾਰਤ ਦੇ ਰਾਸ਼ਟਰਪਤੀ ਵੱਲੋਂ ਰਾਜ ਸਭਾ 'ਚ 12 ਐਸੇ ਮੈਂਬਰ ਚੁਣੇ ਜਾਂਦੇ ਹੈ, 4 ਫੀਲਡ ਦੇ ਵਿੱਚ ਆਰਟ ਹੋਵੇ, ਸਾਇੰਸ ਹੋਵੇ, ਕਲਚਰ ਹੋਵੇ, ਉਹਦੇ ਲਈ ਜਿਨ੍ਹਾਂ ਨੇ ਕੁਝ ਕੀਤਾ ਹੈ। ਠੀਕ ਹੈ। ਦੇਸ਼ ਦਾ ਨਾਮ ਜਿਹੜਾ ਹੈ ਉਹ ਵਿਸ਼ਵ ਪੱਧਰ ਤੇ ਚਮਕਾਇਆ ਹੈ, ਤਾਂ ਕਿ ਉਹਨਾਂ ਦਾ ਗਿਆਨ ਜੋ ਹੈ, ਉਹਨਾਂ ਦੀ ਜੋ ਮਹਾਰਤ ਹੈ, ਜਿਹੜਾ ਉਹਨਾਂ ਦਾ ਅਨੁਭਵ ਹੈ ਪੂਰੀ ਦੁਨੀਆ ਤੋਂ ਉਹਨਾਂ ਨੇ ਇਕੱਠਾ ਕੀਤਾ, ਪੂਰੀ ਜ਼ਿੰਦਗੀ 'ਚ ਇਕੱਠਾ ਕੀਤਾ ਹੈ, ਉਹ ਆਪਣੀ ਆਊਟਪੁੱਟ ਜਿਹੜੀ ਉਹ ਆਪਣੀ ਇਨਪੁਟ ਹੈਗੀ ਹੈ ਉਹ ਸੰਸਦ ਦੇ ਜਦੋਂ ਵਿਚਾਰ ਵਟਾਂਦਰਾ ਹੋ ਰਹੀ ਹੋਵੇ ਉੱਥੇ ਦੇ ਸਕਣ। ਇਸ ਲਈ ਔਰ ਉਹਨਾਂ ਦੀ ਜਿਹੜੀ ਇਨਫੋਰਮੇਸ਼ਨ ਉਹਨਾਂ ਵੱਲੋਂ ਦਿੱਤੀ ਜਾਏਗੀ, ਜਾਂ ਫਿਰ ਜਿਹੜੇ ਉਹਨਾਂ ਵੱਲੋਂ ਨਿਰਣੇ ਲੈਣ ਦੇ ਵਿੱਚ ਮਹਾਰਤ ਜਿਹੜੀ ਹੈਗੀ ਆ ਉਹਨਾਂ ਦੀ ਉਹਨੂੰ ਯੂਜ਼ ਕੀਤਾ ਜਾ ਸਕਦਾ ਹੈ ਭਾਰਤੀ ਸੰਸਦ ਵੱਲੋਂ ਨੀਤੀਆਂ ਤੇ ਕਾਨੂੰਨ ਬਣਾਉਣ ਦੇ ਲਈ, ਦੇਸ਼ ਦੇ ਲੋਕਾਂ ਦੇ ਕਲਿਆਣ ਦੇ ਲਈ। ਠੀਕ ਹੈ ਜੀ। ਔਰ ਲੋਕ ਸਭਾ ਦੇ ਵਿੱਚ 2 ਮੈਂਬਰ ਐਂਗਲੋ ਇੰਡੀਅਨ ਕਮਿਊਨਿਟੀ ਤੋਂ ਨਾਮਜ਼ਦ ਕੀਤੇ ਜਾ ਸਕਦੇ ਸੀ। ਹੁਣ 104 ਨੰਬਰ ਕਨਸਟੀਟਿਊਸ਼ਨ ਅਮੈਂਡਮੈਂਟ ਆਈ ਹੈ, ਜਿਹਦੇ ਰਾਹੀਂ ਇਹ ਮੈਂਬਰ ਜਿਹੜੇ ਹੁਣ ਮਤਲਬ ਰਾਸ਼ਟਰਪਤੀ ਤੋਂ ਇਹ ਅਧਿਕਾਰ ਖੋਲਿਆ ਗਿਆ, ਔਰ ਇਹਨਾਂ 2 ਮੈਂਬਰ ਨੂੰ ਨੋਮੀਨੇਟ ਨਹੀਂ ਕੀਤਾ ਜਾਇਆ ਕਰੇਗਾ। ਤੇ ਐਂਗਲੋ ਇੰਡੀਅਨਸ ਕੌਣ ਹੁੰਦੇ ਆ ਮੈਂ ਆਲਰੇਡੀ ਦੱਸ ਚੁੱਕਿਆ ਹਾਂ। 8ਵਾਂ ਹੈ ਪੁਆਇੰਟ ਗੁਪਤ ਮਤਦਾਨ। ਠੀਕ ਹੈ ਜੀ। ਸੋ ਕੀ ਹੈ ਕਿ ਹੁਣੇ ਰੀਸੈਂਟ ਦੇ ਵਿੱਚ ਕੁਝ ਇਲੈਕਸ਼ਨਸ ਹੋਏ ਤਾਂ ਕੁਝ ਕੈਂਡੀਡੇਟ ਨੇ ਕੀ ਕੀਤਾ ਕਿ ਆਪਣੀ ਵੋਟ ਪਾਉਂਦੇ ਦੀ ਕੋਈ ਵੀਡੀਓ ਬਣਾ ਕੇ ਜਾਂ ਫਿਰ ਕੋਈ ਫੋਟੋ ਜਿਹੜੀ ਹੈਗੀ ਆ ਉਹ ਕਿਸੇ ਸੋਸ਼ਲ ਮੀਡੀਆ ਸਾਈਟ ਤੇ ਅਪਲੋਡ ਕਰਤੀ ਸੀ, ਜਿਹਦੇ ਕਰਕੇ ਜਿਹੜਾ ਹੈ ਉਹ ਇਲੈਕਸ਼ਨ ਕਮਿਸ਼ਨ ਨੇ, ਜਿਹੜੀ ਕਿ ਚੋਣ ਕਮਿਸ਼ਨ ਹੈ, ਉਹਦੇ ਵੱਲੋਂ ਉਹਦੇ ਤੇ ਕਾਰਵਾਈ ਕੀਤੀ ਕਿ ਉਸ ਪਾਰਟਿਕੂਲਰ ਕੈਂਡੀਡੇਟ ਜਾਂ ਉਹਦੇ ਕਿਸੇ ਸਪੋਰਟਰ ਤੇ। ਠੀਕ ਹੈ। ਸੋ ਇਹ ਕਿਹਾ ਜਾਂਦਾ ਹੈ ਕਿ ਜੇ ਤੁਸੀਂ ਕਿਸੇ ਨੂੰ ਪਾਰਟਿਕੂਲਰ ਵੋਟ ਪਾ ਕੇ ਆਏ ਹੋ, ਠੀਕ ਹੈ, ਤਾਂ ਉਹਦਾ ਪ੍ਰਗਟਾਵਾ ਨਾ ਕਰੋ, ਉਸ ਮਤਦਾਨ ਨੂੰ ਗੁਪਤ ਹੀ ਰੱਖੋ, ਕਿਉਂਕਿ ਉਸ ਦਾ ਪ੍ਰਭਾਵ ਬਹੁਤ ਸਾਰੇ ਲੋਕਾਂ ਤੇ ਪੈ ਸਕਦਾ। ਜਿਵੇਂ ਹੁਣ ਸਪੋਜ਼ ਕਰੋ ਕਿ ਅਮਿਤਾਭ ਬੱਚਨ ਜੀ ਹੈ, ਠੀਕ ਹੈ, ਤੇ ਉਹਨਾਂ ਦੇ ਬਹੁਤ ਸਾਰੀ ਉਹਨਾਂ ਦੀ ਫੈਨ ਫੋਲੋਇੰਗ ਹੋਗੀ ਪੂਰੇ ਇੰਡੀਆ 'ਚ, ਔਰ ਉਹ ਇੱਕ ਪਰਟੀਕੂਲਰ ਪਾਰਟੀ ਨੂੰ ਵੋਟ ਪਾ ਕੇ ਆਉਣ, ਠੀਕ ਹੈ, ਔਰ ਵੋਟ ਪਾਉਂਦੇ ਹੋਏ ਦੀ ਆਪਣੀ ਵੀਡੀਓ ਬਣਾ ਕੇ ਜਿਹੜੀ ਹੈ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਜਿਹੜਾ ਹੈ ਉਹ ਅਪਲੋਡ ਕਰ ਦੇਣ। ਹੁਣ ਜਿਹੜੇ ਉਹਨਾਂ ਦੇ ਚਾਹਣ ਵਾਲੇ ਨੇ ਉਹ ਇਹ ਨਹੀਂ ਦੇਖਣਗੇ ਕਿ ਉਸ ਪਾਰਟੀ ਦੀ ਕੀ ਵਿਚਾਰਧਾਰਾ ਹੈ, ਉਹਨਾਂ ਵੱਲੋਂ ਕੀ ਪਾਲਿਸੀਜ਼ ਹੈ, ਕੀ ਐਕਸ਼ਨਸ ਹੈ, ਉਹਨਾਂ ਨੇ ਬਸ ਅਮਿਤਾਭ ਬੱਚਨ ਦੇ ਫਲੋ ਦੇ ਵਿੱਚ, ਯਾਨੀ ਕਿ ਅਮਿਤਾਭ ਬੱਚਨ ਦੇ ਪ੍ਰਭਾਵ ਦੇ ਵਿੱਚ ਜਿਹੜਾ ਹੈ ਉਹ ਵੋਟਾਂ ਪਾ ਦੇਣੀਆਂ ਹੈ। ਸੋ ਇਸ ਲਈ ਇਹ ਕਿਹਾ ਜਾਂਦਾ ਹੈ ਕਿ ਆਮ ਜਨਤਾ ਕਿਸੇ ਤੋਂ ਪ੍ਰਭਾਵਿਤ ਹੋਏ ਬਿਨਾ ਆਪਣਾ ਮਤਦਾਨ ਜੋ ਹੈ ਉਹ ਫ੍ਰੀ ਐਂਡ ਫੇਅਰ ਮੈਨਰ 'ਚ ਕਰ ਸਕੇ। ਸੋ ਇਸ ਕੇਸ ਦੇ ਵਿੱਚ ਜੋ ਹੈ ਮਤਦਾਨ ਜੋ ਹੈ ਉਹ ਗੁਪਤ ਹੋਣਾ ਚਾਹੀਦਾ ਹੈ। ਠੀਕ ਹੈ। ਇਸੇ ਲਈ ਜੋ ਹੈ ਇੱਕ ਪਰਦਾ ਲਾਇਆ ਜਾਂਦਾ ਹੈ, ਇੱਕ ਸੈਟਅਪ ਬਣਾਇਆ ਜਾਂਦਾ ਹੈ, ਜਿਹੜਾ ਵੀ ਤੁਹਾਡਾ ਬੂਥ ਬਣਿਆ ਹੁੰਦਾ ਉੱਥੇ ਤੁਸੀਂ ਉਸ ਪਰਦੇ ਦੇ ਅੰਦਰ ਜਾ ਕੇ ਆਪਣੀ ਵੋਟ ਪਾਉਂਦੇ ਹੋ। ਤੇ ਇਹ ਕਿਹਾ ਜਾਂਦਾ ਕਿ ਹਰ ਵਿਅਕਤੀ ਆਪਣੀ ਪਸੰਦ ਜਿਹੜੀ ਹੈਗੀ ਆ ਉਹ ਆਪਣੀ ਇੱਛਾ ਦੇ ਨਾਲ ਜੋ ਹੈ ਉਹਨੂੰ ਰਿਪਰੈਜ਼ੈਂਟ ਕਰ ਸਕੇ। ਇਸ ਲਈ ਤਾਂ ਇਹ ਹੈ ਕਿ ਹੁਣ ਜਿਵੇਂ ਇਹ ਮੰਨਿਆ ਜਾਂਦਾ ਕਿ ਮਹਿਲਾਵਾਂ ਨੂੰ ਰਾਜਨੀਤੀ ਦੀ ਨੌਲੇਜ ਨਹੀਂ ਹੈਗੀ, ਸੋ ਮਰਦ ਜੋ ਘਰ ਦੇ ਕਹਿ ਦੇਣਗੇ ਉਸ ਹਿਸਾਬ ਨਾਲ ਵੋਟ ਪਾ ਦਿੰਦੀਆਂ, ਤਾਂ ਨਹੀਂ, ਹੁਣ ਮਹਿਲਾਵਾਂ ਜਿਹੜੀਆਂ ਹੈਗੀਆਂ ਉਹ ਵੀ ਆਪਣੇ ਘਰ ਵਾਲੇ ਨੂੰ ਇਹ ਕਹਿ ਸਕਦੀਆਂ ਕਿ ਮੈਂ ਕਿਸੇ ਪਰਟੀਕੂਲਰ ਪਾਰਟੀ ਨੂੰ ਵੋਟ ਮਤਲਬ ਜਿਹੜੀ ਪਾਰਟੀ ਤੁਸੀਂ ਕਿਹਾ ਸੀ ਉਹਨੂੰ ਵੋਟ ਪਾ ਕੇ ਆਏ, ਲੇਕਿਨ ਪਾ ਕੇ ਕਿਸੇ ਹੋਰ ਨੂੰ ਆਈ ਹੋਵੇ। ਠੀਕ ਹੈ। ਸੋ ਇਹ ਵੀ ਪੋਸੀਬਲ ਹੈ। ਠੀਕ ਹੈ ਜੀ। ਹੁਣ
ਚੋਣਾਂ ਸੰਬੰਧੀ ਜੇ ਕੋਈ ਵੀ ਝਗੜਾ ਹੋ ਜਾਂਦਾ ਹੈ, ਜਿਵੇਂ ਸਪੋਜ਼ ਕਰੋ ਕਿ ਕੋਈ ਕਹਿ ਦਿੰਦਾ ਹੈ ਕਿ ਇਹਨਾਂ ਨੇ ਚੋਣਾਂ ਦੇ ਵਿੱਚ ਜੋ ਹੈ ਉਹ ਆਪਣਾ ਵੋਟਰਸ ਨੂੰ ਲੁਭਾਉਣ ਲਈ ਕੋਈ ਹੋਰ ਤਰੀਕਾ ਅਪਣਾਇਆ ਸੀ, ਕੋਈ ਗਲਤ ਤਰੀਕਾ ਅਪਣਾਇਆ ਸੀਗਾ, ਕੋਈ ਇਸ ਤਰੀਕੇ ਦਾ ਕੋਈ ਝਗੜਾ ਪੈਦਾ ਹੋ ਜਾਂਦਾ ਹੈ, ਠੀਕ ਹੈ। ਸੋ ਚੋਣਾਂ ਸੰਬੰਧੀ ਜਿਹੜੇ ਸਾਰੇ ਝਗੜੇ ਨੇ ਉਹ ਉੱਚ ਅਦਾਲਤਾਂ 'ਚ ਜਾਣਗੇ, ਮਤਲਬ ਹਾਈ ਕੋਰਟ 'ਚ ਜਾਣਗੇ, ਹਾਈ ਕੋਰਟ 'ਚ ਜਾਣਗੇ, ਠੀਕ ਹੈ। ਔਰ ਹਾਈ ਕੋਰਟ ਦੇ ਵਿੱਚ ਜੇ ਇਹਨਾਂ ਦਾ ਨਿਪਟਾਰਾ ਸਹੀ ਤਰ੍ਹਾਂ ਨਹੀਂ ਹੋ ਪਾਉਂਦਾ ਹੈਗਾ ਜਾਂ ਕਿਸੇ ਪਾਰਟੀ ਨੂੰ ਹਾਈ ਕੋਰਟ ਦੇ ਡਿਸੀਜਨ ਤੋਂ ਕੋਈ ਆਬਜੈਕਸ਼ਨ ਹੈ, ਤਾਂ ਉਸ ਕੇਸ ਦੇ ਵਿੱਚ ਉਹ ਉੱਚਤਮ ਅਦਾਲਤ 'ਚ ਜਾਣਗੇ, ਯਾਨੀ ਕਿ ਸੁਪਰੀਮ ਕੋਰਟ 'ਚ ਜਾਣਗੇ, ਠੀਕ ਹੈ ਜੀ। ਐਸਸੀ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਜਾਣਗੇ, ਹਾਈ ਕੋਰਟ ਦੇ ਵਿੱਚ ਪਹਿਲਾਂ ਜਾਣਾ ਹੈ, ਜੇ ਉੱਥੇ ਨਹੀਂ ਹੁੰਦਾ ਤਾਂ ਫਿਰ ਅਪੀਲ ਕਰਨ ਜਿਹੜਾ ਹੈਗਾ ਉਹ ਅਪੀਲ, ਇੱਥੇ ਵਿਰੁੱਧ ਅਪੀਲ ਲਿਖਣਾ ਸੀਗਾ, ਅਪੀਲ ਆਚਾਰ ਲਿਖਿਆ ਹੋਇਆ ਅਪੀਲ, ਠੀਕ ਹੈ ਜੀ। ਤੇ ਜੇ ਰਾਸ਼ਟਰਪਤੀ ਤੇ ਉਪ ਰਾਸ਼ਟਰਪਤੀ ਦੀ ਚੋਣਾਂ ਸੰਬੰਧੀ ਕੋਈ ਵੀ ਝਗੜਾ ਹੋ ਜਾਂਦਾ ਹੈ, ਉਹ ਸਿਰਫ ਔਰ ਸਿਰਫ ਕੇਵਲ ਕਰਤਾ ਉਹਨੇ ਕੇਵਲ ਸਰਵ ਉੱਚ ਅਦਾਲਤ ਵਿੱਚ, ਯਾਨੀ ਕਿ ਸਿਰਫ ਔਰ ਸਿਰਫ ਐਸਸੀ ਵਿੱਚ ਹੀ ਜਾ ਸਕਦੇ ਹੋ। ਫਿਰ ਉਸ ਕੇਸ ਦੇ ਵਿੱਚ ਤੁਸੀਂ ਐਚਸੀ ਦੇ ਵਿੱਚ, ਯਾਨੀ ਕਿ ਹਾਈ ਕੋਰਟ ਦੇ ਵਿੱਚ ਨਹੀਂ ਜਾਣਾ ਹੈ। ਥੈਂਕ ਯੂ।